ਜਦੋਂ ਅਸੀਂ ਇਸ ਦੇਸ਼ ਦੀ ਮੇਨ ਸਟ੍ਰੀਮ ਪੋਲੀਟਿਕਸ ਨੂੰ ਦੇਖਦੇ ਹਾਂ ਜਾਂ ਸਰਕਾਰਾਂ ਨੂੰ ਦੇਖਦੇ ਹਾਂ ਤਾਂ ਉਹ ਤਾਂ ਵਿਛੀਆਂ ਹੋਈਆਂ ਇਹਨਾਂ ਦੇ ਸਾਹਮਣੇ। ਕਿਸੇ ਵੀ ਕਿਸਾਨ ਲੀਡਰ ਤੇ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਕੋਈ ਉਮੀਦ ਨਹੀਂ ਰੱਖਦੇ ਉਹਨਾਂ ਤੋਂ ਕਿ ਬਾਕੀਆਂ ਨਾਲੋਂ ਵੱਖਰਾ ਕਰਨਗੇ। ਇੱਕ ਐਮਐਲਏ ਬਦਲ ਕੇ ਦੂਜਾ ਐਮਐਲਏ ਆ ਜਾਏ, ਇਸ ਨਾਲ ਮਾਮਲੇ ਹੱਲ ਨਹੀਂ ਹੋਣੇ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਕਿਸਾਨ ਖੁਦ ਸੱਤਾ ਦੇ ਵਿੱਚ ਆਉਣਗੇ, ਖੁਦ ਸਰਕਾਰ ਹੋਣਗੇ, ਤਾਂ ਸੰਘਰਸ਼ਾਂ ਦੀ ਤਾਂ ਲੋੜ ਹੀ ਨਹੀਂ ਪੈਣੀ? ਪਰ ਸਮਾਜਿਕ ਤਬਦੀਲੀ ਦਾ ਮਾਮਲਾ ਹੱਲ ਨਹੀਂ ਹੁੰਦਾ ਤਾਂ ਇਹ ਉਹਨਾਂ ਦੀ ਇਮੇਜ ਲਈ ਵੀ ਔਰ ਸੰਘਰਸ਼ ਦੀ ਭਾਵਨਾ ਲਈ ਵੀ ਇੱਕ ਡੈਮੇਜਿੰਗ ਇਫੈਕਟ ਹੈ ਜਿਹੜਾ ਉਹ ਕਰੂ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਹਰ ਰੋਜ਼ ਸਮੀਕਰਨ ਚੇਂਜ ਹੁੰਦੇ ਆ। ਸਮੀਕਰਨਾਂ ਦੇ ਵਿੱਚ ਸਿਆਸਤ ਕਦੇ ਉਬਾਲਾ ਮਾਰਦੀ ਆ ਤਾਂ ਕਦੇ ਸਿਆਸਤ ਠੰਡੀ ਹੋ ਜਾਂਦੀ ਆ। ਪਰ ਇੱਕ ਵੱਡਾ ਉਛਾਲ ਤੇ ਉਬਾਲਾ ਉਸ ਦਿਨ ਆਇਆ ਸੀ ਜਿਸ ਦਿਨ ਸੰਯੁਕਤ ਕਿਸਾਨ ਮੋਰਚੇ ਦੀਆਂ ਕੁਝ ਜਥੇਬੰਦੀਆਂ ਪੰਜਾਬ ਦੀਆਂ ਸੰਯੁਕਤ ਸਮਾਜ ਮੋਰਚੇ 'ਚ ਆ ਗਈਆਂ, ਜਾਣੀ ਸਿਆਸੀ ਧਿਰ ਐਲਾਨ ਦਿੱਤੀ। ਜਿਸ ਦਿਨ ਇਹ ਸਿਆਸੀ ਧਿਰ ਐਲਾਨੀ ਗਈ ਤਾਂ ਉਸ ਵੇਲੇ ਬੱਤੀਆਂ ਦੇ ਵਿੱਚੋਂ ਕੋਈ ਬਹੁਤੀਆਂ ਜਥੇਬੰਦੀਆਂ ਇਸ ਹੱਕ ਦੇ ਵਿੱਚ ਨਹੀਂ ਸੀ ਕਿ ਇਹ ਮੋਰਚਾ ਬਣੇ ਜਾਂ ਫਿਰ ਸਿਆਸਤ ਪੰਜਾਬ ਦੇ ਵਿੱਚ ਕੀਤੀ ਜਾਵੇ। ਹੁਣ ਇਸ ਸਭ ਦੇ ਵਿਚਾਲੇ ਜਿਹੜੀਆਂ ਜਥੇਬੰਦੀਆਂ ਨੇ ਇਸ ਦਾ ਸਮਰਥਨ ਨਹੀਂ ਕੀਤਾ, ਉਹ ਸਮਰਥਨ ਕਰ ਕਿਉਂ ਨਹੀਂ ਰਹੀਆਂ? ਇੱਕ ਤਾਂ ਇਹ ਸਵਾਲ ਹੈ। ਤੇ ਜੇਕਰ ਉਹਨਾਂ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਕੇ ਔਰ ਪਾਵਰ ਦੇ ਵਿੱਚ ਆ ਕੇ ਜਿਹੜੇ ਮਸਲੇ ਨੇ ਕਿਸਾਨਾਂ ਮਜ਼ਦੂਰਾਂ ਦੇ, ਛੋਟੇ ਵਰਗਾਂ ਦੇ, ਵਪਾਰੀਆਂ ਦੇ, ਦੁਕਾਨਦਾਰਾਂ ਦੇ, ਉਹ ਹੱਲ ਕੀਤੇ ਜਾ ਰਹੇ ਆ, ਤਾਂ ਫਿਰ ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਸੰਘਰਸ਼ ਤੋਂ ਬਿਨਾਂ ਇਹ ਮਸਲੇ ਹੱਲ ਹੋ ਸਕਦੇ ਆ, ਜਾਨੀ ਪਾਵਰ ਦੇ ਵਿੱਚ ਆ ਕੇ ਹੋ ਸਕਦੇ ਆ? ਤੇ ਦੂਜੀਆਂ ਜਥੇਬੰਦੀਆਂ ਨੂੰ ਕਿਉਂ ਲੱਗਦਾ ਹੈ ਕਿ ਜੇਕਰ ਸੰਵਿਧਾਨਕ ਪਾਵਰ ਕੋਲ ਹੋਊਗੀ ਤਾਂ ਉਹ ਜ਼ੋਰ ਨਹੀਂ ਰਹਿਣਾ ਜਿਹੜਾ ਆਮ ਜਥੇਬੰਦੀਆਂ ਦੇ ਵਿੱਚ ਹੁੰਦਾ? ਅੱਜ ਕਿਰਤੀ ਕਿਸਾਨ ਯੂਨੀਅਨ ਨੇ ਇੱਕ ਪ੍ਰੈਸ ਵਾਰਤਾ ਕੀਤੀ, ਉਸ ਦੇ ਵਿੱਚ ਉਹਨਾਂ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਵਿਧਾਨ ਸਭਾ ਸੀਟ ਤੇ ਆਪਣੇ ਉਮੀਦਵਾਰ ਨਹੀਂ ਐਲਾਨ ਰਹੇ ਤੇ ਨਾ ਹੀ ਅਸੀਂ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਹਾਂ। ਮੇਰੇ ਨਾਲ ਇਸ ਵੇਲੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੈਂਬਰ ਰਮਿੰਦਰ ਪਟਿਆਲਾ ਜੀ ਹੈ ਔਰ ਪ੍ਰੈਸ ਸਕੱਤਰ ਜਤਿੰਦਰ ਜੀ ਹੈ। ਔਰ ਅਸੀਂ ਇਹਨਾਂ ਤੋਂ ਸਮਝਾਂਗੇ ਕਿ ਇਹਨਾਂ ਨੂੰ ਕਿਉਂ ਲੱਗਦਾ ਕਿ ਸੰਯੁਕਤ ਸਮਾਜ ਮੋਰਚੇ ਵਰਗਾ ਫੈਸਲਾ ਲੈ ਕੇ ਪੰਜਾਬ ਦੇ ਲਈ ਬਹੁਤ ਮਾੜਾ ਹੋ ਗਿਆ, ਬਹੁਤ ਘਾਤਕ ਰਹੂਗਾ, ਜਾਂ ਫਿਰ ਕਿਉਂ ਲੱਗਦਾ ਹੈ ਕਿ ਇਕੱਲਾ ਧਰਨੇ ਮੁਜ਼ਾਹਰੇ ਕਰਨੇ ਤੇ ਜਾਂ ਫਿਰ ਧਰਨੇ ਮੁਜ਼ਾਹਰੇ ਕਰਕੇ ਹੀ ਸਾਰਾ ਕੁਝ ਪ੍ਰਾਪਤ ਹੋਣਾ ਹੈ? ਇਹ ਇਹਨਾਂ ਦਾ ਮਤ ਕਿਉਂ ਬਣਿਆ? ਰਮਿੰਦਰ ਜੀ ਬਹੁਤ ਸਵਾਗਤ। ਧੰਨਵਾਦ ਜੀ ਤੁਹਾਡਾ ਬਹੁਤ ਜੀ। ਰਮਿੰਦਰ ਜੀ, ਪਹਿਲਾ ਸਵਾਲ ਹੀ ਜਿਹੜਾ ਮੈਂ ਹੁਣੀ ਭੂਮਿਕਾ 'ਚ ਵੀ ਕਹਿ ਕੇ ਹਟਿਆ, ਤੁਹਾਨੂੰ ਕਿਉਂ ਲੱਗਦਾ ਕਿ ਜੇਕਰ ਕੋਈ ਜਥੇਬੰਦੀ ਪ੍ਰਦਰਸ਼ਨ ਕਰਦੀ ਹੈ ਜਾਂ ਲੋਕਾਂ ਦੀਆਂ ਮੰਗਾਂ ਲਈ ਲੜਦੀ ਹੈ, ਉਹਨੂੰ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ? ਦੇਖੋ, ਸਿਆਸਤ ਹੈ ਜਿਹੜੀ ਇਹ ਕੋਈ ਇਕੱਲਾ ਚੋਣਾਂ ਸਿਆਸਤ ਨਹੀਂ ਹੈ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਜਮਹੂਰੀਅਤ ਦੇ ਵਿੱਚ ਸਿਆਸਤ ਦਾ ਮੁੱਖ ਰੋਲ ਲੋਕਾਂ ਨੂੰ ਜਾਗਰੂਕ ਕਰਕੇ, ਕਾਮਨ ਆਦਮੀ ਨੂੰ ਜਾਗਰੂਕ ਕਰਕੇ, ਆਪਣੇ ਹੱਕਾਂ ਪ੍ਰਤੀ ਅਵੇਅਰ ਕਰਕੇ ਸਿਆਸਤ ਨੂੰ ਪਿਨ ਪੁਆਇੰਟ ਕਰਨਾ ਆ। ਤਾਂ ਅਸੀਂ ਇਹ ਡਿਊਟੀ ਨਿਭਾਉਣਾ ਚਾਹੁੰਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਜਾਂ 32 ਜਥੇਬੰਦੀਆਂ ਦਾ ਫੋਰਮ ਇੱਕ ਕਿਸਮ ਨਾਲ ਸੰਘਰਸ਼ ਦਾ ਮੰਚ ਹੈ ਔਰ ਇਸ ਨੂੰ ਸੰਘਰਸ਼ ਦੇ ਮੰਚ ਵਜੋਂ ਹੀ ਅੱਗੇ ਵਧਾਉਣਾ ਜ਼ਿਆਦਾ ਸਰਵਿਸ ਹੋਊਗੀ ਪੰਜਾਬ ਦੇ ਲੋਕਾਂ ਦੀ। ਸਾਡੇ ਕੁਝ ਸਾਥੀ ਇੱਦਾਂ ਸੋਚ ਕੇ ਉਹਨਾਂ ਨੇ ਸਮਾਜ ਮੋਰਚਾ ਬਣਾਇਆ, ਸੰਯੁਕਤ ਸਮਾਜ ਮੋਰਚਾ, ਉਹ ਰਸਤਾ ਲਿੱਤਾ ਆ। ਉੱਦਾਂ ਦਾ ਅਸੀਂ ਇਹ ਫਰੀਡਮ ਰੱਖੀ ਆ, ਖੁੱਲ੍ਹ ਰੱਖੀ ਆ। ਕੋਈ ਜੇ ਕਰਨਾ ਚਾਹੁੰਦਾ ਆ, ਇਸ ਪਾਸੇ ਜਾਣਾ ਚਾਹੁੰਦਾ ਆ ਤਾਂ ਉਹਦੀ ਇੱਛਾ ਆ। ਪਰ ਸਾਡੀ ਸਮਝਦਾਰੀ ਇਹ ਬਣੀ ਹੈ ਕਿ ਇਸ ਤਰ੍ਹਾਂ ਸ਼ਾਇਦ ਉਹ ਬੈਟਰ ਸਰਵਿਸ ਨਹੀਂ ਕਰ ਪਾਉਣਗੇ, ਕਿਉਂਕਿ ਪੰਜਾਬ ਦੇ ਹਕੀਕੀ ਮੁੱਦੇ ਨੇ ਜਿਹੜੇ, ਇਹ ਹਕੀਕੀ ਮੁੱਦੇ ਖੇਤੀ ਸੰਕਟ ਨਾਲ ਜੁੜੇ ਹੋਏ ਨੇ ਔਰ ਖੇਤੀ ਸੰਕਟ ਦੇ ਉੱਪਰ, ਇਹਨਾਂ ਮੁੱਦਿਆਂ ਦੇ ਉੱਪਰ ਸਾਨੂੰ ਹੋਰ ਸੰਘਰਸ਼ ਦੀ ਜਿਹੜੀ ਚਿੰਨ੍ਹ ਹੈ ਉਸ ਨੂੰ ਹੋਰ ਵਧਾਉਣਾ ਚਾਹੀਦਾ, ਜਾਗਰੂਕਤਾ ਹੋਰ ਵਧਾਉਣੀ ਚਾਹੀਦੀ ਹੈ ਤਾਂ ਜੋ ਆਵਾਮ ਹੋਰ ਐਜੂਕੇਟ ਹੋ ਕੇ ਹੋਰ ਖੜਾ ਹੋਵੇ ਔਰ ਇਸ ਹਿਸਾਬ ਨਾਲ ਸੰਘਰਸ਼ ਹੋਰ ਬਲਵਾਨ ਹੋਊਗਾ। ਜਿਸ ਲਈ ਅਸੀਂ ਪੋਲੀਟੀਕਲ ਜਿਹੜੀ ਤਾਕਤ ਹੈ ਜਾਂ ਪੋਲੀਟੀਕਲ ਸਪੈਕਟਰਮ ਹੈ ਜਾਂ ਓਵਰਆਲ ਜਿਹੜਾ ਸਿਸਟਮ ਹੈ ਉਸ ਨੂੰ
ਪਿਨ ਪੁਆਇੰਟ ਕਰਕੇ ਲੋਕਾਂ ਨੂੰ ਰਾਹਤ ਦੇਣ ਵਾਲੇ ਪਾਸੇ ਲੈ ਦੇਖੋ ਕੇ ਆ ਜਦੋਂ ਸਕਦੇ। ਸੰਘਰਸ਼ ਹੁੰਦਾ ਹੈ ਰਮਿੰਦਰ ਜੀ, ਸੰਘਰਸ਼ ਹੁੰਦਾ ਹੈ ਸਮੇਂ ਦੀ ਹਕੂਮਤ ਦੇ ਨਾਲ ਕਿ ਤੁਸੀਂ ਐਦਾਂ ਨਹੀਂ ਐਦਾਂ ਕਰੋ, ਹੈ ਨਾ, ਕਿਉਂਕਿ ਉਹਦਾ ਪ੍ਰਾਵਧਾਨ ਹੋਊਗਾ। ਜੇ ਤੁਸੀਂ ਕੋਈ ਮੰਗ ਰੱਖਦੇ ਹੋ ਤੇ ਉਹਦਾ ਪ੍ਰਾਵਧਾਨ ਹੋਊਗਾ ਉਹਨੂੰ ਬਦਲਣ ਦਾ ਜਾਂ ਉਹਨੂੰ ਚੇਂਜ ਕਰ ਲੈਣ ਦਾ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਕਿਸਾਨ ਖੁਦ ਸੱਤਾ ਦੇ ਵਿੱਚ ਆਉਣਗੇ, ਖੁਦ ਸਰਕਾਰ ਹੋਣਗੇ, ਤਾਂ ਸੰਘਰਸ਼ਾਂ ਦੀ ਤਾਂ ਲੋੜ ਹੀ ਨਹੀਂ ਪੈਣੀ। ਉਹ ਖੁਦ ਹੀ ਉਸ ਤਰੀਕੇ ਨਾਲ ਪੂਰੇ ਸਿਸਟਮ ਨੂੰ ਢਾਲ ਸਕਦੇ ਆ, ਪੂਰੇ ਸਿਸਟਮ ਨੂੰ ਉਸ ਤਰੀਕੇ ਦੇ ਨਾਲ ਹੈਂਡਲ ਕਰ ਸਕਦੇ ਆ ਜਿਹੜੇ ਬਾਕੀ ਕਾਰਪੋਰੇਟ ਨੂੰ ਪਹਿਲ ਦਿੱਤੀ ਜਾਂਦੀ ਆ। ਹੋ ਸਕਦਾ ਕਿ ਕਿਸਾਨ ਤੁਹਾਡੇ ਵਰਗੇ ਜੇ ਲੋਕ ਸਿਆਸਤ ਦੇ ਵਿੱਚ ਆ ਕੇ ਸੱਤਾ ਦੇ ਵਿੱਚ ਆਉਣਗੇ ਤਾਂ ਉਹ ਸਾਰਾ ਕੁਝ ਖਤਮ ਹੋ ਸਕਦਾ। ਦੇਖੋ ਦੀ ਲੋੜ ਹੀ ਨਹੀਂ। ਇਹ ਕੁਝ ਸੁਧਾਰ ਭਾਵੇਂ ਕੁਝ ਕਰ ਦੇਵੇ, ਪਰ ਸਮਾਜਿਕ ਤਬਦੀਲੀ ਦਾ ਮਾਮਲਾ ਹੱਲ ਨਹੀਂ ਹੁੰਦਾ। ਸਮਾਜਿਕ ਤਬਦੀਲੀ ਦਾ ਮਾਮਲਾ ਇਹ ਦੇਸ਼ ਦੇ ਓਵਰਆਲ ਢਾਂਚੇ ਨੂੰ ਬਦਲ ਕੇ ਹੋਣਾ ਹੈਗਾ ਆ, ਔਰ ਉਸ ਲਈ ਬੁਨਿਆਦੀ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਹਿਲਾਉਣ ਦੀ ਲੋੜ ਹੈਗੀ ਹੈ। ਮੈਂ ਤੁਹਾਡੇ ਨਾਲ 2-4 ਗੱਲਾਂ ਕਹਿਣੀਆਂ ਚਾਹੁੰਦਾ। ਮੰਨ ਲਓ ਇਸ ਦੇਸ਼ ਦੇ ਵਿੱਚ ਸਟਰਕਚਰਲ ਐਡਜਸਟਮੈਂਟ ਦੀਆਂ ਪਾਲਿਸੀਜ਼ ਨੇ ਜਿਹੜੀਆਂ ਨਿਊ ਇਕਨੋਮਿਕ ਪਾਲਿਸੀਜ਼ ਦੇ ਰੂਪ 'ਚ ਸਾਹਮਣੇ ਆਈਆਂ, ਜਿਹੜੀਆਂ IMF, WB ਵਰਲਡ ਬੈਂਕ ਤੇ WTO ਦੀਆਂ ਡਿਕਟੇਟਸ ਨੇ ਇੱਕ ਕਿਸਮ ਦਾ। ਤੋ ਇਸ ਡਿਕਟੇਟਸ ਨੂੰ ਇੰਪੀਰੀਅਲਿਸਟ ਕੰਟਰੀ, ਉਹਨਾਂ ਦੀਆਂ ਮਲਟੀਨੈਸ਼ਨਲਸ, ਜਿਹੜਾ ਇੱਕ ਵੱਡਾ ਸਪੈਕਟਰਮ ਹੈ ਜਿਹੜਾ ਪੂਰੀ ਦੁਨੀਆ ਦੀ ਮਾਰਕੀਟ ਨੂੰ ਕਬਜ਼ੇ 'ਚ ਕਰਦਾ, ਉਹ ਕੰਟਰੋਲ ਕਰਦੇ ਨੇ, ਉਹ ਡਿਕਟੇਟ ਕਰਦੇ ਨੇ। ਇਸ ਪ੍ਰਤੀ ਰੁਖ ਕੀ ਹੋਵੇ? ਚੱਪੇ ਚੱਪੇ ਤੇ ਤਾਂ ਸਾਡੇ ਉਹ ਚੀਜ਼ਾਂ ਨੂੰ ਪ੍ਰਭਾਵਿਤ ਕਰ ਰਹੇ ਨੇ। ਇਸ ਪ੍ਰਤੀ ਕੀ ਰੁਖ ਹੋਵੇ? ਜਦੋਂ ਅਸੀਂ ਇਸ ਦੇਸ਼ ਦੀ ਮੇਨ ਸਟ੍ਰੀਮ ਪੋਲੀਟਿਕਸ ਨੂੰ ਦੇਖਦੇ ਹਾਂ ਜਾਂ ਸਰਕਾਰਾਂ ਨੂੰ ਦੇਖਦੇ ਹਾਂ ਤਾਂ ਉਹ ਤਾਂ ਵਿਛੀਆਂ ਹੋਈਆਂ ਇਹਨਾਂ ਦੇ ਸਾਹਮਣੇ, ਜਿਹੜੇ ਵੀ ਕੋਈ ਨੇ। ਇਸੇ ਕਰਕੇ ਸਿਆਸਤ ਬਹੁਤ ਹਲਕੇ ਕਿਸਮ ਦੀ ਹੋਈ ਹੈ। ਇਸੇ ਕਰਕੇ ਇਸ ਵਾਰੀ ਦੀ ਇਲੈਕਸ਼ਨ ਕੰਪੇਨ ਮੁੱਦਾ ਰਹਿਤ ਕੰਪੇਨ ਹੈ। ਬੁਰਕੀਆਂ ਸੁੱਟੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ। ਜਮਹੂਰੀਅਤ ਦਾ ਜਿਹੜਾ ਜਿਹਨੂੰ ਕਹਿ ਲਈਏ ਕਿ ਸਰਕਸ ਬਣਾਤੀ। ਪਰ ਤੁਹਾਡੇ ਤੇ ਉਮੀਦ ਸੀ ਨਾ ਲੋਕਾਂ ਨੂੰ, ਤੁਸੀਂ ਤੁਹਾਡੇ ਤੇ ਉਮੀਦ ਸੀਗੀ, ਤੁਸੀਂ ਇਹਨੂੰ ਬਦਲੋ। ਨਹੀਂ, ਅਸੀਂ ਇਸੇ ਕਰਕੇ ਮੁੱਦਿਆਂ ਨੂੰ ਕੇਂਦਰਿਤ ਲਿਆ ਰਹੇ ਹਾਂ। ਜਿਹੜੇ ਸਾਡੇ ਸਾਥੀ ਗਏ ਵੀ ਨੇ, ਉਹਨਾਂ ਦੇ ਦਿਮਾਗ 'ਚ ਕੀ ਆਈਡੀਆ ਹੈ ਤਾਂ ਹਾਲੇ ਸਾਹਮਣੇ ਆਊਗਾ ਕੀ ਉਹ ਸੋਚ ਕੇ ਗਏ ਹੈਗੇ ਨੇ। ਪਰ ਉਹਨਾਂ ਨੇ ਜੋ ਹਾਲੇ ਤੱਕ ਐਲਾਨ ਕੀਤਾ, ਜੇ ਹਾਲੇ ਤੱਕ ਦੇ ਐਲਾਨ ਦਾ ਉਹਨਾਂ ਦਾ ਦੇਖੀਏ ਤਾਂ ਉਹ ਇੱਕ ਕਿਸਮ ਨਾਲ ਨਵਾਂ MLA ਬਣ ਜਾਏ, ਕੋਈ ਨਵਾਂ ਚੀਜ਼ ਆ ਜਾਏ। ਅਸੀਂ ਉਹਨਾਂ ਦਾ ਪ੍ਰੋਗਰਾਮ ਕੀ ਹੋਊਗਾ, ਕਿਸ ਪ੍ਰੋਗਰਾਮਕ ਸਮਝਦੇ ਹੋ ਆਪਣਾ ਮੋਰਚਾ ਫਲੋਟ ਕਰਕੇ ਇਸ ਪਾਸੇ ਨੂੰ ਜਾ ਰਹੇ ਨੇ, ਉਹ ਹਾਲੇ ਕੁਝ ਵੀ ਨਹੀਂ ਹੈ। ਕਿਸ ਤਰ੍ਹਾਂ ਇਸ ਨੂੰ ਜੱਜ ਕਰ ਲਈਏ? ਇੱਕ MLA ਬਦਲ ਕੇ ਦੂਜਾ MLA ਆ ਜਾਏ, ਇਸ ਨਾਲ ਮਾਮਲੇ ਹੱਲ ਨਹੀਂ ਹੁੰਦੇ। ਤੁਹਾਡੀਆਂ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ 32 ਕਿਸਾਨ ਜਥੇਬੰਦੀਆਂ ਦੀਆਂ, ਕਈ ਜਗ੍ਹਾ ਤੇ ਪੰਜਾਬ ਦੇ ਵਿੱਚ ਮੀਟਿੰਗਾਂ ਹੋਈਆਂ। ਕੀ ਉਦੋਂ ਨਹੀਂ ਇਹ ਚਰਚਾ ਚੱਲਦੀ ਸੀ? 32 ਕਿਸਾਨ ਜਥੇਬੰਦੀਆਂ ਦੀ ਜਿਹੜੀ ਚਰਚਾ ਸੀ ਉਹ 3 ਖੇਤੀ ਕਾਨੂੰਨ ਤੋਂ ਇਲਾਵਾ MSP ਦੀ ਲੜਾਈ, ਇਸ ਦੇ ਉੱਪਰ ਕੇਂਦਰਿਤ ਸੀ। ਅਸੀਂ ਸੰਘਰਸ਼ ਤੇ ਫੋਕਸ ਸੀ। ਸੰਘਰਸ਼ ਤੋਂ ਵਾਪਸ ਆਏ ਆ। ਸੰਘਰਸ਼ ਤੋਂ ਵਾਪਸ ਆ ਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਹੈ ਕਰਜ਼ਦਾਰੀ ਦੇ ਸਵਾਲ ਤੇ ਜਾਂ ਹੋਰ ਤੇ। ਉਸ ਸੰਬੰਧੀ 2 ਮੀਟਿੰਗਾਂ ਹੋਈਆਂ। ਉਸ 'ਚ ਇਹ ਸਵਾਲ ਆਇਆ ਕਿ ਸਾਡੇ ਕੁਝ ਸਾਥੀ ਇੱਦਾਂ ਲੜਨਾ ਚਾਹੁੰਦੇ ਨੇ। ਇਹ ਡਿਸਕਸ਼ਨ ਜਿਹੜੀ ਉਹ ਹੋਈ ਉਸ 'ਚ ਓਪਨ ਰੱਖ ਲਿਆ ਵੀ ਜਿਹੜਾ ਕੋਈ ਭਾਈ ਲੜਨਾ ਚਾਹੁੰਦਾ ਉਹ ਲੜ ਲਵੇ, ਜਿਹੜਾ ਨਹੀਂ ਜਾਣਾ ਚਾਹੁੰਦਾ ਵੀ ਇਹ 32 ਕਿਸਾਨ ਜਥੇਬੰਦੀਆਂ ਦਾ ਫੈਸਲਾ ਹੋ ਗਿਆ। ਇਸ 'ਚ ਓਪਨ ਰੱਖ ਲਿਆ ਸੀ। ਇਹ ਸਵਾਲ ਓਪਨ ਰੱਖ ਲਿਆ ਸੀ। ਇਸ ਕਰਕੇ ਜਿਹੜੇ ਸਾਡੇ ਕੁਝ ਦੋਸਤ ਮਿੱਤਰ ਗਏ ਵੀ ਨੇ, ਇਹਨਾਂ 'ਚ ਸਤਿਕਾਰਯੋਗ ਨੇ ਸਾਡੇ ਰਾਜੇਵਾਲ ਸਾਹਿਬ, ਉਹ ਗਏ ਨੇ। ਤਾਂ ਉਹ ਗਏ ਨੇ, ਉਹ ਹੁਣ ਕੀ ਸੋਚ ਕੇ ਗਏ ਨੇ, ਕੀ ਪ੍ਰੋਗਰਾਮ ਦੇਣਾ ਹੈ ਤਾਂ ਉਹਨਾਂ ਨੇ ਸਾਹਮਣੇ ਲਿਆਉਣਾ। ਸਪੈਕੂਲੇਸ਼ਨ ਤਾਂ ਇਹ ਵੀ ਆ ਰਹੀਆਂ ਨੇ ਕਿ ਸ਼ਾਇਦ ਆਪ ਨਾਲ ਕੋਈ ਨੇੜਤਾ ਬਣ ਰਹੀ ਹੈਗੀ ਹੈ। ਤੇ ਜੇ ਆਪ ਨਾਲ ਬਣ ਰਹੀ ਹੈ ਤਾਂ ਫਿਰ ਤੋਂ ਪ੍ਰੋ ਕਾਰਪੋਰੇਟ ਪਾਰਟੀ ਹੈ। ਤੁਹਾਨੂੰ ਉਮੀਦ ਨਹੀਂ ਤੁਹਾਡੇ ਸਾਥੀਆਂ ਤੇ? ਤੁਸੀਂ 1 ਸਾਲ ਤੋਂ ਵੱਧ ਸਮਾਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਦੇ ਮਾਈਂਡ ਸੈੱਟ ਨੂੰ ਸਮਝਿਆ, ਉਹ ਕੀ ਚਾਹੁੰਦੇ ਨੇ। ਤੁਹਾਨੂੰ ਕਿਸੇ ਵੀ ਕਿਸਾਨ ਲੀਡਰ ਤੇ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਕੋਈ ਉਮੀਦ ਨਹੀਂ ਰੱਖਦੇ ਉਹਨਾਂ ਤੋਂ ਕਿ ਬਾਕੀਆਂ ਨਾਲੋਂ ਵੱਖਰਾ ਕਰਨਗੇ? ਦੇਖੋ, ਜੇ ਉਹ ਕੋਈ ਪ੍ਰੋਗਰਾਮ ਦੇਣਗੇ, ਕੋਈ ਚੀਜ਼ ਸਾਹਮਣੇ ਮੈਨੀਫੈਸਟੋ ਉਹਨਾਂ ਦੀ ਕੀ ਪ੍ਰੋਗਰਾਮਕ ਸਮਝ ਹੈ, ਹਾਲੇ ਤਾਂ ਇਹ ਕੁਝ ਵੀ ਸਾਹਮਣੇ ਨਹੀਂ ਆਇਆ। ਔਰ ਸਿਆਸਤ ਜਾਂ ਇਹ ਸਾਰੀਆਂ ਚੀਜ਼ਾਂ, ਇਸ ਦੇ ਵਿੱਚ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਅਸੀਂ ਆਪਣੀ ਰਾਏ, ਆਪਣੇ ਹਕੀਕੀ ਮੁੱਦੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ, ਉਹਨਾਂ ਦਾ ਹੱਲ ਪੇਸ਼ ਕਰਾਂਗੇ। ਠੀਕ ਹੈ, ਜੇ ਉਹਨਾਂ ਨੂੰ ਇਹ ਲੱਗਦਾ ਹੋਊਗਾ ਤਾਂ ਉਹ ਲਿਆਉਣ ਇਸ ਗੱਲ ਨੂੰ ਸਾਹਮਣੇ ਵੀ ਅਸੀਂ ਇਸ ਤਰ੍ਹਾਂ ਦਾ ਮਾਡਲ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਇਹ ਤਾਂ ਡਿਸਕਸ਼ਨ ਹੈ, ਡਿਬੇਟ ਹੈ, ਇਹ ਅੱਗੇ ਵੀ ਜਾਰੀ ਰਹੂਗੀ। ਕਿਤੇ ਰਹਿਣਾ ਚਾਹੂਗੀ, ਕਦੇ ਉਹ ਬੈਠਣਗੇ ਆਪਣੀ ਇਲੈਕਸ਼ਨ ਤੋਂ ਵਿਹਲੇ ਹੋ ਕੇ। ਤੁਸੀਂ 32 ਕਿਸਾਨ ਜਥੇਬੰਦੀਆਂ, ਵੱਖ-ਵੱਖ ਵਿਚਾਰਧਾਰਾਵਾਂ ਨੇ ਤੁਹਾਡੀਆਂ ਪੰਜਾਬ ਦੇ ਵਿੱਚ। ਕੋਈ ਵੱਡੀ ਜਥੇਬੰਦੀ ਨੂੰ ਜਿਹੜਾ ਰਿਪਰੈਜ਼ੈਂਟ ਕਰਦਾ, ਕੋਈ ਛੋਟੀ ਜਥੇਬੰਦੀ ਨੂੰ, ਕੋਈ ਛੋਟੇ ਵਰਗਾਂ ਦੀ ਜਥੇਬੰਦੀ ਹੈ, ਕੋਈ ਵੱਡੇ ਵਰਗਾਂ ਦੀ ਜਥੇਬੰਦੀ ਹੈ। ਵਿਚਾਰਧਾਰਾ ਵੱਖੋ ਵੱਖਰੀ ਆ। ਪਰ ਜਦੋਂ ਅਸੀਂ ਸਿਰਫ ਤੇ ਸਿਰਫ ਪੰਜਾਬ ਦੀ ਗੱਲ ਕਰਦੇ ਹਾਂ, ਸਿਰਫ ਤੇ ਸਿਰਫ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ,
ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਇੱਕਮਤ ਹੋ ਜਾਣਾ ਚਾਹੀਦਾ ਸੀਗਾ? ਜਾਂ ਤਾਂ ਤੁਸੀਂ ਵੀ ਸਿਆਸਤ 'ਚ ਜਾਂਦੇ, ਉਹ ਫਿਰ ਵਖਰੇਵਾਂ ਰਹਿ ਕਿੱਥੇ ਗਿਆ? ਕਿਉਂ ਐਂ ਲੱਗਾ ਕਿ ਇੱਕ ਸਿਆਸਤ ਤਾਂ ਬਹੁਤ ਮਾੜਾ ਧੁਰ ਹੈ, ਇੱਕ ਨੂੰ ਲੱਗਦਾ ਕਿ ਸਿਆਸਤ ਹੀ ਚੰਗਾ ਧੁਰ ਹੈ? 1 ਸਾਲ ਦੇ ਵਿੱਚ ਤੁਹਾਡੀ ਇੱਥੇ ਵੀ ਇੱਕਮਤ ਨਹੀਂ ਹੋ ਸਕੇ ਤੁਸੀਂ? ਦੇਖੋ, 2 ਤਰ੍ਹਾਂ ਦੇ ਹੀ ਵਿਚਾਰ ਨੇ ਪੰਜਾਬ ਦੇ ਧਰਾਤਲ ਦੇ ਵਿੱਚ। ਇੱਕ ਵਿਚਾਰ ਇਹ ਹੈਗਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਦਾ ਬੈਨਰ ਹੀ ਰਹਿਣਾ ਚਾਹੀਦਾ, ਸੰਘਰਸ਼ ਦਾ ਮੰਚ ਹੀ ਰਹਿਣਾ ਚਾਹੀਦਾ। ਇੱਕ ਵਿਚਾਰ ਹੈ ਕਿ ਜਿਹੜੇ ਲੋਕ ਆਵਾਜ਼ਾਰ ਨੇ ਉਹ ਇਸ ਨੂੰ ਬਦਲਵੇਂ ਰੂਪ 'ਚ ਦੇਖਦੇ ਨੇ ਵੀ ਸ਼ਾਇਦ ਇਹ ਕੁਛ ਕਰ ਦੇਣਗੇ। ਸਾਡਾ ਸਵਾਲ ਇਹ ਹੈ ਕਿ ਜੇ ਇਹ ਲੋਕ ਨਾ ਕਰ ਪਾਏ, ਮੈਂ ਇਸ ਨੂੰ ਦੂਸਰੇ ਜ਼ਵੀਏ ਤੋਂ ਦੇਖਦਾ, ਕਿਉਂਕਿ ਸਰਕਾਰ ਬਦਲਣ ਦਾ ਸਵਾਲ ਨਹੀਂ, ਕਿਸ ਪਾਲਿਸੀ ਦੇ ਉੱਪਰ ਤੁਸੀਂ ਲਿਆਉਣਾ ਚਾਹੁੰਦੇ ਆ ਉਹ ਜਿੰਨੀ ਦੇਰ ਤੱਕ ਸਪਸ਼ਟ ਨਹੀਂ ਕਰਦੇ ਔਰ ਤੁਸੀਂ ਉਹ ਨਾ ਕਰ ਪਾਏ ਤਾਂ ਇਹ ਉਹਨਾਂ ਦੀ ਇਮੇਜ ਲਈ ਵੀ ਔਰ ਸੰਘਰਸ਼ ਦੀ ਭਾਵਨਾ ਲਈ ਵੀ ਇੱਕ ਡੈਮੇਜਿੰਗ ਇਫੈਕਟ ਹੈ ਜਿਹੜਾ ਉਹ ਕਰੂਗਾ। ਨਹੀਂ, ਜਦੋਂ ਮੋਰਚਾ ਸ਼ੁਰੂ ਹੋਇਆ, ਤੁਹਾਡੀ ਗੱਲ ਵਿਚਾਲੇ ਆ, ਜਦੋਂ ਮੋਰਚਾ ਸ਼ੁਰੂ ਕਰਨਾ ਸੀ ਉਦੋਂ ਵੀ ਤਾਂ ਦੋਵੇਂ ਨੈਗੇਟਿਵ ਪੋਜ਼ਿਟਿਵ ਪੁਆਇੰਟ ਲੈ ਕੇ ਚੱਲੇ ਹੋਗੇ ਨਾ, ਕਿ ਜੇ ਮੋਰਚਾ ਨਾ ਜਿੱਤਿਆ ਗਿਆ ਤੇ ਜੇ ਜਿੱਤਿਆ ਗਿਆ, ਦੋਨਾਂ ਦੇ ਵਿੱਚੋਂ ਦੋਵੇਂ ਪੁਆਇੰਟ ਰੱਖ ਕੇ ਮੋਰਚਾ ਸ਼ੁਰੂ ਕੀਤਾ ਗਿਆ। ਤੇ ਪਹਿਲ ਤਾਂ ਇੱਕ ਸ਼ੁਰੂਆਤ ਤਾਂ ਕਰਨੀ ਪੈਂਦੀ ਹੈ ਨਾ। ਦੇਖੋ, ਡੈਫੀਨੇਟਲੀ ਕਰਨੀ ਪੈਂਦੀ ਹੈ, ਪਰ ਸਿਆਸਤ ਦੇ ਵਿੱਚ ਉਹ ਕੁਝ ਮੰਗਾਂ ਦੇ ਕਾਮਨ ਪ੍ਰੋਗਰਾਮ ਸੀ ਜਿੱਥੇ ਸਾਡੀ ਅੰਡਰਸਟੈਂਡਿੰਗ ਡਿਸਕਸ਼ਨ ਤੋਂ ਬਾਅਦ ਚੋਂ ਇਕੱਠੇ ਹੋਣ ਦੀ ਹੋ ਗਈ। ਠੀਕ ਹੈ, ਇਸ ਤੇ ਹਾਲੇ ਡਿਸਕਸ਼ਨ ਹੀ ਨਹੀਂ, ਇਹ ਕੀ ਪ੍ਰੋਗਰਾਮ ਹੈ ਕੀ ਨਹੀਂ ਪ੍ਰੋਗਰਾਮ, ਉਹਨਾਂ ਸਾਡੇ ਮਿੱਤਰਾਂ ਨੇ ਉਹ ਐਲਾਨ ਕਰ ਦਿੱਤਾ ਹੈਗਾ। ਠੀਕ ਹੈ, ਕੀ ਪ੍ਰੋਗਰਾਮ ਹੈ? ਸਿਰਫ 117 ਸੀਟਾਂ ਤੇ ਮੁੱਖ ਮੰਤਰੀ ਦਾ ਚਿਹਰਾ। ਮੰਨਦੇ ਹੋ ਕਿ ਬਾਕੀਆਂ ਨੂੰ ਪ੍ਰੋਗਰਾਮ ਵੱਖਰਾ ਦੇ ਸਕਦਾ ਸੰਯੁਕਤ ਸਮਾਜ ਮੋਰਚਾ? ਜਦੋਂ ਆਊਗਾ ਉਦੋਂ ਦੇਖਾਂਗੇ, ਹਾਲੇ ਤਾਂ ਪਤਾ ਨਹੀਂ। ਉਮੀਦ ਕੀ ਰੱਖਦੇ? ਉਮੀਦ ਤੇ ਤਾਂ ਦੁਨੀਆ ਜਿਉਂਦਾ ਦੇਖਦੇ ਆ, ਜੇ ਉਹ ਸਾਹਮਣੇ ਆਊਗਾ ਤਾਂ ਉਹਨਾਂ ਦਾ ਪੜਾਂਗੇ, ਵਿਚਾਰਾਂਗੇ ਸਾਰਾ ਕੁਝ। ਬਾਕੀ ਪਾਰਟੀਆਂ ਦੇ ਵੀ ਪ੍ਰੋਗਰਾਮਾਂ ਨੂੰ ਅਸੀਂ ਦੇਖਦੇ ਹਾਂ। ਅਸੀਂ ਪੰਜਾਬ 'ਚ ਜੋ ਦੇਖ ਰਹੇ ਹਾਂ ਹੁਣ, ਜਿੰਨੇ ਕੁ ਵਾਪਸ ਆ ਕੇ ਦੇਖਿਆ ਉੱਥੋਂ ਦੀ, ਤਾਂ ਖੋਖਲੀ ਕਿਸਮ ਦੀ ਕੰਪੇਨ ਆ। ਅਸੀਂ ਹਾਲੇ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ, ਜਦੋਂ ਪ੍ਰੋਗਰਾਮ ਸਾਹਮਣੇ ਆਊਗਾ ਉਦੋਂ ਦੇਖਾਂਗੇ ਕੀ ਹੈ ਕੀ ਨਹੀਂ। ਪਰ ਹਾਲ ਦੀ ਘੜੀ ਸਾਨੂੰ ਇਹ ਲੱਗਦਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸਰਵਿਸ ਇਹ ਕਰਾਂਗੇ ਕਿ ਜਿਹੜੇ ਉਹਨਾਂ ਦੇ ਰੀਅਲ ਇਸ਼ੂਜ਼ ਨੇ, ਖਾਸ ਕਰਕੇ ਖੇਤੀ ਸੰਕਟ ਨਾਲ ਜੁੜੇ ਹੋਏ, ਐਜੂਕੇਸ਼ਨ, ਹੈਲਥ ਦੇ ਖੇਤਰ 'ਚ ਰੁਜ਼ਗਾਰ ਦੇ ਸਵਾਲ ਦੇ ਉੱਪਰ, ਪੰਜਾਬ ਦੇ ਸਨਅਤੀਕਰਨ ਦੇ ਮਾਮਲੇ ਦੇ ਉੱਪਰ, ਜਿਹੜਾ ਕੋਈ ਵੀ ਪਾਰਟੀ ਛੇੜਨਾ ਹੀ ਨਹੀਂ ਚਾਹੁੰਦੀ ਜਿਨ੍ਹਾਂ ਗੱਲਾਂ ਨੂੰ, ਠੀਕ ਹੈ, ਉਹਨਾਂ ਗੱਲਾਂ ਨੂੰ ਅਸੀਂ ਪੰਜਾਬ ਦੀ ਫਿਜ਼ਾ 'ਚ ਲੈ ਕੇ ਜਾਵਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ, ਅਪੀਲ ਕਰਾਂਗੇ ਕਿ ਇਹਨਾਂ ਮੁੱਦਿਆਂ ਨੂੰ ਸਾਨੂੰ ਸੈਂਟਰਲ ਸਟੇਜ ਤੇ ਲਿਆ ਕੇ। ਕਿਹੜੇ ਮੁੱਦਿਆਂ ਦੀ ਗੱਲ ਕਰੋਗੇ? ਨੰਬਰ 1 ਖੇਤੀ ਸੰਕਟ ਹੈ, ਇਹਦੀ ਜੜ ਕਿੱਥੇ ਹੈ? ਇਹਦੀ ਜੜ ਕਾਰਪੋਰੇਟ ਪੱਖੀ ਹਰੇ ਇਨਕਲਾਬ ਦੇ ਵਿਕਾਸ ਮਾਡਲ 'ਚ ਪਈ ਹੈ। ਠੀਕ, ਇਸ ਵਿਕਾਸ ਮਾਡਲ ਨੇ ਸਾਡੀ ਧਰਤੀ ਨੂੰ ਵੀ ਜ਼ਹਿਰੀ ਕੀਤਾ। ਇਸ ਨੇ ਸਨਅਤ ਤੇ ਜਿਹੜਾ ਫਸਲੀ ਕੀਮਤਾਂ ਉਹਦਾ ਪਾੜਾ ਜਿਹੜਾ ਉਹ ਵਧਾਇਆ, ਜਿਸ ਕਰਕੇ ਕਰਜ਼ਦਾਰੀ ਹੈ ਸਾਡੇ ਉੱਪਰ। ਅੰਧਾਧੁੰਦ ਮਸ਼ੀਨੀਕਰਨ ਦੇ ਉੱਪਰ ਇਹ ਨਿਰਭਰ ਹੈ, ਰਸਾਇਣਾਂ ਦੀ ਵੱਧ ਵਰਤੋਂ ਤੇ ਨਿਰਭਰ ਹੈ, ਪਾਣੀ ਦੀ ਵੱਧ ਵਰਤੋਂ ਤੇ ਨਿਰਭਰ ਹੈ। ਇਸ ਨੇ ਸਾਡੀ ਪਾਣੀ, ਧਰਤੀ ਹੇਠਲੇ ਪਾਣੀ ਨੂੰ ਜਿਹੜਾ ਤੀਜੀ ਤੱਗੀ 'ਚ ਪਹੁੰਚਦਾ ਕਰ ਦਿੱਤਾ ਹੈ। ਕੁਦਰਤੀ ਫਸਲ ਨਹੀਂ ਹੈ ਝੋਨਾ। ਇਹਦੀ ਬਜਾਏ ਅਸੀਂ ਪੰਜਾਬ 'ਚ ਕੁਦਰਤ ਪੱਖੀ ਤੇ ਹੰਢਣਸਾਰ ਕਿਸਾਨ ਪੱਖੀ ਖੇਤੀ ਮਾਡਲ ਕਿਵੇਂ ਹੋਵੇ, ਇਸ ਦੇ ਉੱਪਰ ਮਿਹਨਤ ਕਰਕੇ ਲਿਆਵਾਂਗੇ ਕਿ ਕਿੱਦਾਂ ਪੰਜਾਬ ਦਾ ਅਲੱਗ-ਅਲੱਗ ਕਿਸਮ ਦਾ ਕਲਾਈਮੇਟ ਹੈ, ਕੁਦਰਤੀ ਫਸਲਾਂ ਅਲੱਗ-ਅਲੱਗ ਨੇ, ਉਸ ਹਿਸਾਬ ਨਾਲ ਫਸਲਾਂ ਬੀਜੀਆਂ ਜਾਣ। ਪੰਜਾਬ 'ਚ ਰਾ ਮਟੀਰੀਅਲ ਕੀ ਹੈ? ਰਾ ਮਟੀਰੀਅਲ ਖੇਤੀ ਪ੍ਰੋਡਿਊਸ ਹੈ, ਇਹਦੇ ਤੇ ਬੇਸਡ ਐਗਰੋ ਸਨਅਤ ਹੋਵੇ। ਹੁਣ ਐਗਰੋ ਸਨਅਤ ਤਾਂ ਪਿਛਲੇ ਸਮੇਂ 'ਚ ਖਤਮ ਕਰ ਦਿੱਤੀ ਗਈ। ਐਗਰੋ ਸਨਅਤ ਕੀ ਕਾਰਪੋਰੇਟ ਦੀ ਲੱਗੂਗੀ ਜਾਂ ਕੋਆਪਰੇਟਿਵ 'ਚ ਲੱਗੂਗੀ, ਸਰਕਾਰੀ ਲੱਗੂਗੀ? ਇਹ ਸਵਾਲ ਹੈਗਾ ਆ। ਇਸ ਤੋਂ ਇਲਾਵਾ ਪੰਜਾਬ ਦੀ ਹੈਲਥ ਤੇ ਐਜੂਕੇਸ਼ਨ ਦਾ ਸਵਾਲ ਹੈ। ਜਿੰਨੀ ਪ੍ਰਾਈਵੇਟਾਈਜੇਸ਼ਨ ਹੋਈ ਹੈ, ਕਿ 5 ਸਟਾਰ ਹਸਪੀਟਲ ਬਣੇ ਹੋਏ ਨੇ ਜਿੱਥੇ ਆਮ ਚੰਗਾ ਮਿਡਲ ਕਲਾਸ ਆਦਮੀ ਵੀ ਜਿਹਦਾ ਅਫੋਰਡ ਨਹੀਂ ਕਰ ਸਕਦਾ, ਤੇ ਲੋਕ ਇਲਾਜ ਖੁਣੋਂ ਜਿਹੜੇ ਤੰਗ ਨੇ। ਇਹ ਸਾਰੀਆਂ ਬੇਸਿਕ ਸਹੂਲਤਾਂ ਨੇ। ਜੇ ਡੈਮੋਕ੍ਰੇਸੀ ਹੈ, ਇਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈ। ਐਜੂਕੇਸ਼ਨ ਤੇ ਹੈਲਥ ਦਾ ਸਰਕਾਰੀਕਰਨ ਕੀਤਾ ਜਾਵੇ ਕਿ ਇਸ ਪਾਸੇ ਨੂੰ ਤੁਰਨਗੇ। ਜਦੋਂ ਕਿ ਸਰਕਾਰ ਦਾ ਤਾਂ ਐਜੂਕੇਸ਼ਨ 'ਚ 2 ਤਰ੍ਹਾਂ ਦੇ ਸਕੂਲ ਨੇ, ਇੱਕ ਪਾਸੇ ਮਹਿੰਗੇ ਪ੍ਰਾਈਵੇਟ ਸਕੂਲ ਨੇ ਜਿਹਦੇ 'ਚ ਕਾਰਪੋਰੇਟ ਘੁਸਿਆ ਹੋਇਆ ਆ ਜਾਂ ਉਸ ਹਿਸਾਬ ਨਾਲ ਵਪਾਰ ਦੇ ਨਜ਼ਰੀਏ ਨਾਲ ਚੱਲਦੇ ਨੇ, ਇੱਕ ਪਾਸੇ ਸਰਕਾਰੀ ਸਕੂਲ ਨੇ। ਸਰਕਾਰੀ ਸਕੂਲਾਂ ਦੀ ਹਾਲਤ ਇਹ ਹੈ ਕਿ ਗਵਰਨਮੈਂਟ ਲਗਾਤਾਰ ਉਸ 'ਚੋਂ ਜਿਹੜਾ ਸਿੱਖਿਆ 'ਚੋਂ ਆਪਣੀ ਰਿਸਪੌਂਸਿਬਿਲਟੀ ਤੋਂ ਪਿੱਛੇ ਹਟ ਰਹੀ ਹੈ। ਤਾਂ ਇਹ ਸਾਰੇ ਸਰਕਾਰੀਕਰਨ ਵਾਲੇ ਪਾਸੇ ਨੂੰ ਕੀ ਤੁਰਨਗੇ ਉਹ? ਜੇ ਇਹ ਕੁਝ ਐਸੇ ਸਵਾਲ ਨੇ ਜਿਹੜੇ ਰੀਅਲ ਰੂਪ 'ਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ। ਟਰਾਂਸਪੋਰਟੇਸ਼ਨ ਦਾ ਸਵਾਲ ਹੈਗਾ ਆ, ਕੀ ਸਾਰੀ ਜਿਹੜੀ ਰੋਡਵੇਜ਼ ਜਾਂ ਹੋਰ ਹੈ ਇਹ ਸਾਰਾ ਕੁਝ ਸਰਕਾਰੀਕਰਨ ਕਰਕੇ ਇਸ ਨੂੰ ਚਲਾਇਆ ਜਾਊਗਾ? ਰੁਜ਼ਗਾਰ ਦਾ ਕੁਐਸਚਨ ਹੈ। ਸਰਵਿਸ ਸੈਕਟਰ ਦੇ ਵਿੱਚ ਜਿੰਨਾ ਰੁਜ਼ਗਾਰ ਹੈ ਉਹ ਘਟ ਰਿਹਾ ਹੈਗਾ ਆ, ਸਾਰਾ GDP ਥੱਲੇ ਜਾਣ ਕਰਕੇ। ਗਵਰਨਮੈਂਟ ਖੇਤਰ ਦੇ ਵਿੱਚ ਆਊਟਸੋਰਸ ਜਾਂ ਕੰਟਰੈਕਟ ਤੇ ਹੈ ਕਿ ਰੈਗੂਲਰ ਫੁੱਲ ਸਕੇਲ ਸਿਕਿਉਰ ਜੋਬਾਂ ਮਿਲਣਗੀਆਂ? ਸਾਡੇ ਲੋਕ ਤਾਂ ਪ੍ਰਵਾਸ ਕਰਨ ਲਈ ਮਜਬੂਰ ਹੋਏ ਹੋਏ ਨੇ। ਖੇਤੀ ਲਾਹੇਵੰਦਾ ਧੰਦਾ ਨਹੀਂ, ਬਾਕੀ ਥਾਵਾਂ ਤੇ ਰੁਜ਼ਗਾਰ ਮਿਲਦਾ ਨਹੀਂ। ਪੰਜਾਬ ਬਚੂ ਕਿੱਦਾਂ? ਇਸ ਸਵਾਲ ਦੇ ਉੱਪਰ ਸਾਰੇ ਵਾਅਦੇ ਤਾਂ ਬਾਕੀ ਪਾਰਟੀਆਂ ਵੀ ਕਰਦੀਆਂ।
ਪਰ ਉਹਨਾਂ ਦਾ ਵਿਜ਼ਨ, ਉਹਨਾਂ ਦਾ ਕੀ ਪੰਜਾਬ 'ਚ ਹਰੇ ਇਨਕਲਾਬ ਦੇ ਮਾਡਲ ਦਾ ਬਦਲ ਪੇਸ਼ ਕਰਦੀਆਂ ਉਹ ਕੋਈ? ਕਿਸੇ ਪਾਰਟੀ ਦਾ ਕੋਈ ਏਜੰਡਾ ਨਹੀਂ ਹੈ, ਕਿਸੇ ਪਾਰਟੀ ਦਾ ਨਹੀਂ। ਪੰਜਾਬ ਦੇ ਸਨਅਤੀਕਰਨ ਦਾ ਉਹਨਾਂ ਕੋਲੇ ਕੀ ਏਜੰਡਾ ਹੈ ਜੀ? ਸਿਰਫ ਫੋਰਨ ਡਾਇਰੈਕਟ ਇਨਵੈਸਟਮੈਂਟ। ਜਿਹੜੇ ਬਿਜਲੀ ਸਮਝੌਤੇ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਸਾਰੀਆਂ ਕੰਪਨੀਆਂ ਆਈਆਂ, ਕਿੰਨੀ ਮਹਿੰਗੀ ਬਿਜਲੀ ਪੰਜਾਬ ਨੂੰ ਮਿਲੀ ਆ। ਕੀ ਬਿਜਲੀ ਇੱਥੇ ਜਨਰੇਟ ਨਹੀਂ ਹੋ ਸਕਦੀ? ਕੀ ਅਸੀਂ ਆਪਣਾ ਇੰਡੀਪੈਂਡੈਂਟ ਮਾਡਲ ਨਹੀਂ ਬਣਾ ਸਕਦੇ? ਇੰਨਾ ਸਾਡੇ ਕੋਲੇ ਪਾਣੀ ਹੈ, ਇੰਨੀ ਸੋਲਰ ਐਨਰਜੀ ਹੈ ਸਾਡੇ ਕੋਲੇ, ਕਿ ਅਸੀਂ ਆਪਣੇ ਗਵਰਨਮੈਂਟ ਸੈਕਟਰ 'ਚੋਂ ਇਹ ਚੀਜ਼ਾਂ ਜਨਰੇਟ ਨਹੀਂ ਕਰ ਸਕਦੇ? ਕਈ ਕਿਸਮ ਨੂੰ ਰੁਜ਼ਗਾਰ ਮਿਲੂਗਾ, ਸਿਕਿਉਰਿਟੀ ਮਿਲੂਗੀ, ਸੋਸ਼ਲ ਸਿਕਿਉਰਿਟੀ ਮਿਲੂਗੀ ਗਵਰਨਮੈਂਟ ਜੌਬ ਦੇ ਵਿੱਚ ਬੰਦੇ ਨੂੰ। ਇਹ ਸਾਰੀਆਂ ਚੀਜ਼ਾਂ ਨੇ। ਸਰਕਾਰਾਂ ਦੀ ਤਾਂ ਇੱਕੋ ਹੀ ਗੱਲ ਹੋ ਗਿਆ ਵੀ ਅਸੀਂ ਸਿਰਫ ਡੰਡਾ ਆਪਣੇ ਕੋਲੇ ਰੱਖਣਾ ਹੈ ਔਰ ਉਹਦੇ 'ਚ ਅਸੀਂ ਉਹ ਮਹਿਕਮੇ 'ਚ ਭਰਤੀ ਕਰਨੀ ਹੈ ਤੇ ਲੋਕਾਂ ਨੂੰ ਕੁੱਟਣਾ, ਬਾਕੀ ਲਾਰੇ ਲਾਉਣੇ ਨੇ, ਬਾਕੀ ਚੀਜ਼ਾਂ ਦੇ ਟੁਕੜੇ ਸੁੱਟਣੇ ਨੇ। ਸੰਯੁਕਤ ਸਮਾਜ ਮੋਰਚੇ ਨੂੰ ਤੁਸੀਂ ਓਪਨਲੀ ਇਸੇ ਤਰ੍ਹਾਂ ਮੀਡੀਆ 'ਚ ਆ ਕੇ ਹੀ ਇਹ ਸਾਰੇ ਮੁੱਦੇ ਰੱਖੋਗੇ, ਜਾਂ ਫਿਰ ਆਪਣੇ ਤੌਰ ਤੇ ਤੁਹਾਡੇ ਪੁਰਾਣੇ ਸਾਥੀ ਹੋਣ ਕਰਕੇ ਤੁਸੀਂ ਕੋਈ ਲਿਖਤੀ ਤੌਰ ਤੇ ਭੇਜੋਗੇ ਕਿ ਸੰਯੁਕਤ ਜਿਹੜਾ ਸਮਾਜ ਮੋਰਚਾ ਹੈ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਜਿਹੜਾ ਉਹਨਾਂ ਦਾ ਚੋਣ ਮੈਨੀਫੈਸਟੋ ਦੇ ਵਿੱਚ ਐਡ ਕਰੇ? ਦੇਖੋ, ਅਸੀਂ ਆਪਣੀ ਲਿਖਤ ਕੱਢਾਂਗੇ, ਉਹ ਲਿਖਤ ਪਬਲਿਕ ਡੋਮੇਨ 'ਚ ਹੋਊਗੀ, ਉਹਨਾਂ ਮਿੱਤਰਾਂ ਨੂੰ ਵੀ ਦੇ ਦੇਵਾਂਗੇ। ਠੀਕ ਹੈ, ਯਾਨੀ ਉਸੇ ਤਰੀਕੇ ਓਪਨਲੀ ਸਾਰਾ ਕੁਝ ਉਹ ਲਿਖਤ ਕੱਢ ਕੇ ਅਸੀਂ ਉਹਨਾਂ ਨੂੰ ਆਪਣੀ ਦੇਵਾਂਗੇ। ਉਹਨਾਂ ਨੇ ਆਪਣਾ ਬਣਾਉਣਾ ਆ, ਉਹਨਾਂ ਨੇ ਆਪਣਾ ਇੱਕ ਰਸਤਾ ਡਿਸਕੋਰਸ ਲੈ ਲਿਆ, ਫਰੀडम ਸੀ ਉਹਨਾਂ ਦੀ। ਅਸੀਂ ਤਾਂ ਉਹਨਾਂ ਨੂੰ ਅੱਜ ਬੇਨਤੀ ਕੀਤੀ ਆ ਕਿ ਵੀ ਇਸ ਰਸਤੇ ਦੀ ਬਜਾਏ ਉਹ ਪੰਜਾਬ ਨੂੰ ਬੈਟਰ ਸਰਵਿਸ ਇੱਦਾਂ ਦੇ ਸਕਦੇ ਸੀਗੇ। ਰਾਜੇਵਾਲ ਸਾਹਿਬ ਸਾਡੇ ਸਤਿਕਾਰਯੋਗ ਆਗੂ ਨੇ, ਅਸੀਂ ਤਾਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰੀਥਿੰਕ ਕਰਨ ਆਪਣੀ ਗੱਲ ਦੇ ਉੱਪਰ। ਉਹ ਸ਼ਾਇਦ ਇਸ ਹਿਸਾਬ ਨਾਲ ਪੰਜਾਬ ਦੀ ਬੈਟਰ ਸਰਵਿਸ ਕਰ ਸਕਦੇ ਜੋ ਉਹਨਾਂ ਦਾ ਕਦਮ। ਉਹ ਤੁਹਾਡੇ ਤੱਕ ਇਦਾਂ ਦੀ ਅਪਰੋਚ ਕਰਨਗੇ ਕਿ ਤੁਸੀਂ ਸਾਡੇ ਸਾਥੀ ਬਣੋ, ਸਾਡਾ ਸਾਥ ਦਿਓ? ਇਹ ਅਸੀਂ ਉਹਨਾਂ ਨੂੰ ਜ਼ਰੂਰ ਕਹਾਂਗੇ ਵੀ ਤੁਹਾਡਾ ਪ੍ਰੋਗਰਾਮ ਤਾਂ ਕੋਈ ਹੈ ਨਹੀਂਗਾ, ਹਾਲੇ ਪ੍ਰੋਗਰਾਮ ਲਿਆਓ, ਮਿਹਨਤ ਕਰੋ ਇਸ ਗੱਲ ਦੇ ਉੱਪਰ, ਸਮਾਂ ਨਹੀਂ। ਠੀਕ ਹੈ ਨਾ? ਤੋ ਇਹ ਅਸੀਂ ਤਾਂ ਇੱਕੋ ਹੀ ਬੇਨਤੀ ਉਹਨਾਂ ਨੂੰ ਫਿਰ ਤੁਹਾਡੀਆਂ ਮੰਗਾਂ ਦੇ ਵਿੱਚੋਂ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਕੁਝ ਗੱਲਾਂ ਮੰਨ ਲਓ ਦਰਜ ਵੀ ਹੋ ਜਾਂਦੀਆਂ, ਤੁਹਾਡੇ ਤੱਕ ਪਹੁੰਚਦੀਆਂ ਹੋ ਜਾਂਦੀਆਂ। ਇੱਕ ਉਹ ਕਿਸਾਨ ਲੀਡਰ ਹੋਣ ਦੇ ਨਾਤੇ ਸਿਆਸਤ ਦੇ ਵਿੱਚ ਗਏ ਨੇ, ਤੁਸੀਂ ਕਿਸਾਨੀ ਤੇ ਮਜ਼ਦੂਰਾਂ ਦੇ ਮਸਲੇ ਚੱਕਦੇ ਹੋ, ਕੀ ਫੇਰ ਉਹਨਾਂ ਦਾ ਸਾਥ ਦਿਓਗੇ ਖੁੱਲੇ ਤੌਰ ਤੇ ਕਿ ਠੀਕ ਹੈ ਇਹਨਾਂ ਨੂੰ ਹੱਲ ਕਰਵਾਓ, ਅਸੀਂ ਤੁਹਾਡੇ ਨਾਲ ਖੜੇ ਹਾਂ, ਮੋਢੇ ਨਾਲ ਮੋਢਾ ਜੋੜ ਕੇ ਇੱਕ ਵੱਖਰੀ ਤੁਹਾਡੀ ਆਪਣੀ ਸੰਘਰਸ਼ੀ ਜਥੇਬੰਦੀ ਹੋਣੀ? ਕੁਛ ਚੀਜ਼ਾਂ ਦੇ ਨੇ ਸਵਾਲ। ਮੋਟੇ ਰੂਪ 'ਚ ਪ੍ਰੋ ਕਾਰਪੋਰੇਟ ਜਿਹੜਾ ਮਾਡਲ ਹੈ ਉਸ ਨੂੰ ਉਹ ਜੇ ਪੂਰੀ ਤਰ੍ਹਾਂ ਰੱਦਣ ਵਾਲੇ ਪਾਸੇ ਤੁਰਨਗੇ ਤਾਂ ਡੈਫੀਨੇਟਲੀ ਇੱਕ ਪੋਜ਼ਿਟਿਵ ਤੇ ਹਾਂ ਪੱਕੀ ਕਦਮ ਹੋਊਗਾ। ਪਰ ਸਾਨੂੰ ਆਸ ਘੱਟ ਹੈ, ਮੈਂ ਬਿਲਕੁਲ ਹੁਣੀ ਕਹਿਣਾ, ਸਾਨੂੰ ਆਸ ਘੱਟ ਹੈ ਕਿਉਂਕਿ ਇਹ ਜਿੰਨੀ ਕਾਹਲੀ ਨਾਲ ਉਹ ਤੇਜ਼ੀ ਨਾਲ ਉਹਨਾਂ ਨੇ ਕਦਮ ਪੁੱਟੇ ਨੇ, ਸ਼ਾਇਦ ਉਹਨਾਂ ਨੂੰ ਇਸ ਨੂੰ ਥੋੜਾ ਡਿਸਕਸ਼ਨ ਦੇ ਰੂਪ 'ਚ ਜਾਂ ਉੱਦਾਂ ਦੇ ਪਾਉਣਾ ਚਾਹੀਦਾ ਸੀਗਾ। ਔਰ ਉਸ ਤੇਜ਼ੀ ਦੇ ਕਦਮਾਂ ਦੇ ਵਿੱਚ ਸਾਨੂੰ ਇਹ ਲੱਗਦਾ ਵੀ ਇਹ ਕੁਤਾਹੀਆਂ ਹੋ ਜਾਣਗੀਆਂ ਉਹਨਾਂ ਤੋਂ। ਇਸ ਕਰਕੇ ਉਹਨਾਂ ਨੂੰ ਤਾਂ ਅਸੀਂ ਇਹੀ ਰਿਕੁਐਸਟ ਕਰਦੇ ਹਾਂ। ਦੇਖੋ, ਮੈਂ ਭਗਤ ਸਿੰਘ ਹੋਣਾ ਦੀ ਇੱਕ ਚੀਜ਼ ਵਰਤਣੀ ਚਾਹੁੰਦਾ ਹਾਂ। ਜਦੋਂ ਭਗਤ ਸਿੰਘ ਹੋਣਾ ਨੂੰ ਫਾਂਸੀ ਲੱਗਣ ਦੇ ਨੇੜੇ ਆਏ ਸੀ ਤਾਂ ਕੁਛ ਲੋਕਾਂ ਨੇ ਕਿਹਾ ਕਿ ਸਰਦਾਰ ਤੁਹਾਡੇ ਲਈ ਰਹਿਮ ਦੀ ਅਪੀਲ ਜਾਂ ਤੁਹਾਨੂੰ ਬਚਾਉਣ ਦੀ ਕੋਸ਼ਿਸ਼, ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਇਸ ਤੋਂ ਹੋਰ ਜ਼ਿਆਦਾ ਜਿਉਣਾ ਨਹੀਂ ਚਾਹੁੰਦਾ, ਮੈਂ ਜ਼ਿੰਦਗੀ 'ਚ ਜਿੰਨਾ ਉੱਚਾ ਉੱਠਣਾ ਸੀ ਇਸ ਤੋਂ ਵੱਧ ਉੱਚਾ ਨਹੀਂ ਉੱਠ ਸਕਦਾ। ਰਾਜੇਵਾਲ ਸਾਹਿਬ ਦਾ ਜੋ ਕਦਬੁੱਤ ਬਣ ਗਿਆ ਸੀ ਅੱਜ, ਉਹ ਇਸ ਤੋਂ ਵੱਧ ਹੋਰ ਵੱਡਾ ਕਦਬੁੱਤ ਉਹਨਾਂ ਲਈ, ਮੈਂ ਕਹਿੰਦਾ ਉਹ ਇੱਕ ਨਾਇਕ ਦਾ ਰੁਤਬਾ ਲੈ ਚੁੱਕੇ ਸੀ। ਅਸੀਂ ਤਾਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਇਹ ਰੁਤਬਾ ਪੰਜਾਬ ਨੂੰ ਬੈਟਰ ਸਰਵਿਸ ਕਰ ਸਕਦਾ। ਉਹ ਇੱਕ ਸੰਘਰਸ਼ ਦੀ ਆਸ ਦੀ ਕਿਰਨ ਸੀ, ਉਹ ਮੁੜ ਵਿਚਾਰਨ ਆਪਣੀ ਗੱਲ ਦੇ ਉੱਪਰ। ਅਸੀਂ ਉਹਨਾਂ ਨੂੰ ਮੁੜ ਵਿਚਾਰਨ ਦੀ ਬੇਨਤੀ ਕਰਦੇ ਹਾਂ। ਬਾਕੀ ਸਾਡੇ ਸਾਥੀ ਨੇ, ਸਤਿਕਾਰਯੋਗ ਬਜ਼ੁਰਗ ਨੇ, ਅਸੀਂ ਕਿਸੇ ਕਿਸਮ ਦੀ ਇੱਦਾਂ ਦੀ ਚਿੱਕੜ ਉਛਾਲੀ ਦਾ ਸਵਾਲ ਨਹੀਂ। ਸਮਾਜ ਮੋਰਚੇ ਨੂੰ ਪੰਜਾਬ ਦੇ ਵਿੱਚ ਟ੍ਰੀਟ ਕਿਵੇਂ ਕਰੋਗੇ? ਬਾਕੀ ਸਿਆਸੀ ਪਾਰਟੀਆਂ ਦੇ ਸੰਦਰਭ ਦੇ ਵਿੱਚ ਗੱਲ ਕਰਦਾ ਹੈ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਤੁਸੀਂ ਇੱਕੋ ਜਿਹਾ ਹੀ ਮੰਨਦੇ ਹੋ, ਸੰਯੁਕਤ ਸਮਾਜ ਮੋਰਚੇ ਨੂੰ ਵੀ ਉੱਦਾਂ ਦਾ ਹੀ ਮੰਨੋਗੇ, ਉਹਨੂੰ ਵੀ ਉਸੇ ਤਰੀਕੇ ਟ੍ਰੀਟ ਕੀਤਾ ਜਾਊਗਾ? ਜਦੋਂ ਪ੍ਰੋਗਰਾਮ ਆਊਗਾ ਉਦੋਂ ਦੇਖਾਂਗੇ। ਜੇ ਪ੍ਰੋਗਰਾਮ ਨਹੀਂ ਆਊਗਾ ਤਾਂ ਸਾਨੂੰ ਲੱਗਦਾ ਕਿ ਇਹਦਾ ਕੋਈ ਬਹੁਤ ਸ਼ਾਨਦਾਰ ਭਵਿੱਖ ਨਹੀਂ ਹੋਊਗਾ। ਜੇ ਉਹ ਕੋਈ ਆਪ ਨਾਲ ਸਮਝੌਤਾ ਕਰਨਗੇ ਤਾਂ ਫਿਰ ਆਪ ਦਾ ਜਿਹੜਾ ਪ੍ਰੋਗਰਾਮ ਹੈਗਾ ਉਸ ਪ੍ਰੋਗਰਾਮ ਦਾ ਐਕਸਪੋਜ਼ਰ ਕਰਨ ਦੀ ਲੋੜ ਪਹਿਲਾਂ ਹੀ ਉਹਦੇ ਨਾਲ ਐਗਰੀ ਨਹੀਂ ਹੈਗੇ? ਆਪ ਦੇ ਜਿੰਨੇ ਪ੍ਰੋਗਰਾਮ ਦਿੱਤੇ ਗਏ? ਨਹੀਂ, ਬਿਲਕੁਲ ਨਹੀਂ ਐਗਰੀ। ਆਪ ਪ੍ਰੋ ਕਾਰਪੋਰੇਟ ਪਾਰਟੀ ਹੈ। ਆਪ ਦਾ ਜਿਸ ਸੂਬਿਆਂ ਨੂੰ ਵੱਧ ਅਧਿਕਾਰਾਂ ਦੇਣ ਦੀ ਗੱਲ ਕਰਦੀ ਹੈ, 370 ਜਦੋਂ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ ਉਦੋਂ ਅਸੀਂ ਇਸੇ ਫੈਡਰਲ ਸਟਰਕਚਰ ਦੀ ਰਾਖੀ ਲਈ ਤਾਂ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਵੀ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਹੈ, ਦਿੱਲੀ ਮੋਰਚਾ ਲਾ ਕੇ ਰੱਖਿਆ। ਆਪ ਤਾਂ ਉਸਦੇ ਉਲਟ ਸੀ। ਇਸ ਕਰਕੇ ਆਪ ਤੋਂ ਸਾਨੂੰ ਕੋਈ ਆਸ ਦੀ ਕਿਰਨ ਨਹੀਂ। ਠੀਕ ਹੈ, ਆਪ ਇਸ ਮੁਲਕ ਨੂੰ ਕੋਈ ਜਾਂ ਪੰਜਾਬ ਦੇ ਲੋਕਾਂ ਨੂੰ ਕੋਈ ਬਦਲਮਾ ਉਹਨਾਂ ਦੀ ਜ਼ਿੰਦਗੀ ਬਦਲ ਦੂਗੀ, ਭੁੱਲ ਜਾਓ, ਇਹ ਸਾਡੀ ਸਮਝ। ਠੀਕ ਹੈ, ਇੱਕ ਸੰਯੁਕਤ ਕਿਸਾਨ ਮੋਰਚੇ ਨਾਲ ਜੁੜਿਆ ਸਵਾਲ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਡਿਬੇਟ ਦੀ ਵਜ੍ਹਾ ਬਣੀ ਔਰ ਇਹ ਕਾਫੀ ਕਹਿ ਲਓ ਕਿ ਮੀਡੀਆ ਚਰਚਾ ਵੀ ਰਹੀ ਕਿ ਕੁਝ ਕੁ ਤੁਹਾਡੇ ਸਕਰੀਨਸ਼ਾਟ ਜਿਹੜੇ ਸੀ ਤੁਹਾਡੇ ਇੱਕ ਗਰੁੱਪ ਦੇ ਵਾਇਰਲ ਹੋਏ
ਜਿਸ ਦੇ ਵਿੱਚ ਤੁਹਾਡੇ ਆਈਟੀ ਸੈੱਲ ਤੇ ਸਵਾਲ ਉੱਠੇ। ਤੁਹਾਡੇ ਇੰਚਾਰਜ ਸੀ ਆਈਟੀ ਸੈੱਲ ਦੇ ਬਲਜੀਤ ਸਿੰਘ ਹੋਰੀ ਕਿ ਤੁਸੀਂ ਜਦੋਂ ਹਿਸਾਬ ਕਿਤਾਬ ਦਿੱਤਾ ਸੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ, ਉਸ ਵੇਲੇ ਤੁਸੀਂ ਕਿਹਾ ਸੀ ਕਿ 36 ਲੱਖ ਰੁਪਈਆ ਇਸ ਪਲੇਟਫਾਰਮ ਤੇ ਲੱਗਾ ਸੀ। ਪਰ ਜਦੋਂ ਇਹ ਸਕਰੀਨਸ਼ਾਟ ਵਾਇਰਲ ਹੁੰਦੇ ਆ ਉਹਦੇ ਵਿੱਚ ਬਲਜੀਤ ਸਿੰਘ ਕਹਿੰਦੇ ਆ ਕਿ ਸਾਡੇ ਕੋਲ 5 ਲੱਖ ਤੇ 80 ਹਜ਼ਾਰ ਰੁਪਈਆ ਆਇਆ, ਕਰੋੜ ਰੁਪਈਆ, 1 ਕਰੋੜ ਰੁਪਈਆ। ਉਹ ਕਹਿੰਦੇ ਅਸੀਂ 3 ਸਾਥੀਆਂ ਨੇ ਰਲ ਕੇ ਲਾਇਆ ਸੀ। ਔਰ ਜਿਹੜਾ ਇਹ ਪਲੇਟਫਾਰਮ ਆ ਇਹ ਕਿਸਾਨਾਂ ਦਾ ਨਹੀਂ, ਇਹ ਨਿੱਜੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਪਣਾ ਪੈਸਾ ਲਾਇਆ ਸੀ। ਫਿਰ ਉਹ ਜਿਹੜਾ 30 ਲੱਖ ਦਾ ਹਿਸਾਬ ਕਿਤਾਬ ਹੈਗਾ ਉਹਦਾ ਜਵਾਬ ਕਿੱਥੇ ਆ? ਦੇਖੋ, ਮੈਂ 2-3 ਗੱਲਾਂ ਇਹਦੇ ਤੇ ਬਹੁਤ ਸਪਸ਼ਟ ਕਹਿਣੀਆਂ ਚਾਹੁੰਦਾ। ਨੰਬਰ 1 ਕਿ ਨੋ ਡਾਊਟ ਬਲਜੀਤ ਹੋਣਾ ਦਾ ਇਹਦੇ 'ਚ ਸੈਟਅਪ ਨੂੰ ਬਣਾਉਣ ਦੇ ਵਿੱਚ ਇੱਕ ਯੋਗਦਾਨ ਆ। ਪਹਿਲਾਂ ਅਸੀਂ ਇਹ ਨਾਂ ਨਹੀਂ ਸੀ ਲੈਂਦੇ ਕਿਉਂਕਿ ਉਹਨਾਂ ਨੇ ਇਸ ਗੱਲ ਨੂੰ ਰਿਸਟ੍ਰੇਂਟ ਰੱਖਿਆ ਹੋਇਆ ਸੀ। ਹੁਣ ਤੁਹਾਡੇ ਮੁਤਾਬਕ ਜੇ ਉਹਨਾਂ ਨੇ ਆਪਣਾ ਇਹ ਪੋਜੀਸ਼ਨ ਪਬਲਿਕ ਕਰ ਦਿੱਤੀ ਹੈ ਤਾਂ ਬਿਨਾਂ ਸ਼ੱਕ ਉਹਨਾਂ ਦੇ ਇੱਕ ਮਿੱਤਰ ਦੋਸਤਾਂ ਨੇ ਸੈਟਅਪ ਬਣਾਇਆ, ਉਹਦੇ 'ਚ ਉਹਨਾਂ ਨੇ ਆਪਣੀ ਇਨਵੈਸਟਮੈਂਟ ਵੀ ਲਾਈ ਹੋਊਗੀ। ਕਿੰਨੀ ਲਾਈ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ। ਇੱਕ ਕਿਸਮ ਨਾਲ ਉਹਨਾਂ ਦੀ ਵਲੰਟੀਅਰ ਸਰਵਿਸ ਸੀਗੀ ਇਹ ਸਾਰੀ। ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਗੱਲ ਲੈ ਕੇ ਜਾਣ ਲਈ, ਕਿਉਂਕਿ ਜਿਸ ਹਿਸਾਬ ਦਾ ਮੀਡੀਆ ਤੇ ਮੋਦੀ ਹਕੂਮਤ ਦਾ ਜਿਸ ਹਿਸਾਬ ਨਾਲ ਦਾਬਾ ਸੀ ਔਰ ਜਿਸ ਹਿਸਾਬ ਨਾਲ ਆਈਟੀ ਸੈੱਲ ਸਰਗਰਮ ਸੀ ਔਰ ਸਾਡਾ ਇੱਕ ਕਾਊਂਟਰ ਪ੍ਰੋਪੇਗੈਂਡਾ ਖੜਾ ਕਰਨ ਲਈ, ਉਸਨੂੰ ਕੱਟਣ ਲਈ ਉਹਨਾਂ ਦੇ ਉਸ ਸਾਰੇ ਪ੍ਰੋਪੇਗੈਂਡੇ ਨੂੰ, ਅਸੀਂ ਇਹਨਾਂ ਮਿੱਤਰਾਂ ਦੇ ਸੁਝਾਅ 'ਤੇ ਸੰਯੁਕਤ ਮੋਰਚੇ ਨੇ ਉਹ ਆਈਟੀ ਸੈੱਲ ਜਾਂ ਸੰਯੁਕਤ ਕਿਸਾਨ ਏਕਤਾ ਮੋਰਚਾ ਅਸੀਂ ਆਪਣਾ ਉਹ ਬਣਾਇਆ। ਇਸ 'ਚ ਉਹਨਾਂ ਦੀ ਵਲੰਟੀਅਰ ਸਰਵਿਸ ਹੈਗੀ ਆ। ਹਾਂ, ਉਹਦੇ 'ਤੇ ਕੋਈ ਵੈਬੀਨਾਰ ਹੋਏ, ਕੋਈ ਮੈਸੇਜ ਸਪੇਸ ਖਰੀਦੀ ਗਈ, ਇਹ ਸੰਯੁਕਤ ਕਿਸਾਨ ਮੋਰਚੇ ਨੇ ਖਰੀਦੀ ਆ। ਉਹਦਾ ਬਕਾਇਦਾ ਰੂਪ 'ਚ ਉਹਦਾ ਹਿਸਾਬ ਕਿਤਾਬ ਵੀ ਆ, ਸਾਰਾ ਕੁਝ। 36 ਲੱਖ ਰੁਪਏ ਲੱਗਾ ਉਹ ਆਡਿਟ ਕਮੇਟੀ ਬਿਨਾਂ ਸ਼ੱਕ ਇਹਦੇ 'ਚ। ਹਾਂ, ਬਲਜੀਤ ਨੂੰ ਜਿਹੜਾ ਕਹਿੰਦਾ ਵੀ ਮੈਨੂੰ ਇੰਨੇ ਆਏ ਨੇ, ਉਹਦੇ 'ਚ ਉਹਨੇ ਕੋਈ ਇੰਟਰਨੈਟ ਲਈ ਕੋਈ ਕਿਤੇ ਕੁਝ ਚਾਰਜ ਕੀਤਾ ਹੋਵੇ, ਉਹ ਉਹਦੇ ਕੋਲੇ ਉਨਾ ਹੀ ਗਿਆ। ਬਾਕੀ ਤਾਂ ਅਸੀਂ ਸਪੇਸ ਖਰੀਦੀ ਆ, ਉਹਦੇ ਬਿੱਲ ਪੇਮੈਂਟ ਕੀਤੀ ਆ, ਉਹਦੀਆਂ ਉਹਦੇ ਕੋਲੇ। ਉਹ ਬਲਜੀਤ ਹੋਰਾਂ ਕੋਲੇ ਨਹੀਂ ਗਏ, ਉਹ ਨਹੀਂ ਗਏ, ਸਿੱਧੇ ਤੌਰ ਤੇ ਪੇ ਉਹ ਗਏ। ਉਹ ਅਸੀਂ ਸਪੇਸ ਠੀਕ ਵਰਤ ਸਕੇ ਨਹੀਂ ਵਰਤ ਸਕੇ, ਉਹਦੇ ਲਈ 32 ਸੰਯੁਕਤ ਮੋਰਚਾ ਸਮੂਹਕ ਰੂਪ 'ਚ ਜ਼ਿੰਮੇਵਾਰ ਆ। ਉਹਦੇ ਲਈ ਇਕੱਲਾ ਬਲਜੀਤ ਸਿੰਘ ਅੱਜ ਇੱਕ ਬਹੁਤ ਵੱਡੇ ਅਖਬਾਰ ਦੇ ਵਿੱਚ ਇਸੇ ਪੇਜ ਨੂੰ ਲੈ ਕੇ ਬਹੁਤ ਵੱਡੀ ਖਬਰ ਛਪੀ ਹੈ ਜੀ, ਔਰ ਉਹ ਚਰਚਾ ਵੀ ਵੱਡੀ ਹੈ ਕਿ ਕੀ ਸੰਯੁਕਤ ਕਿਸਾਨ ਮੋਰਚੇ ਦੇ ਕੋਲ ਕੋਈ ਐਸੇ ਵਲੰਟੀਅਰ ਨਹੀਂ ਸੀ ਜਿਹੜੇ ਬਿਨਾਂ ਤਨਖਾਹ ਤੋਂ ਕੰਮ ਕਰ ਸਕਦੇ ਹੋਏ? ਕਿ ਇੰਨਾ ਪੈਸਾ ਸਿਰਫ ਉੱਥੇ ਜਿਹੜੇ ਮੁਲਾਜ਼ਮ ਰੱਖੇ ਗਏ ਬਿਨਾਂ ਵਲੰਟੀਅਰ ਹੋਣ ਦੇ ਕਾਰਨ ਤੁਸੀਂ ਉਹਨਾਂ ਨੂੰ ਤਨਖਾਹ ਦਿੱਤੀ, ਵੀ ਇਹ ਪੈਸਾ ਇਸ ਕਰਕੇ ਉੱਥੇ ਲੱਗਾ ਕਿ ਕੋਈ ਵਲੰਟੀਅਰ ਨਹੀਂ ਸੀ ਫ੍ਰੀ ਦੇ ਵਿੱਚ ਕੰਮ ਕਰਨ ਵਾਲਾ? ਤੁਸੀਂ ਤਨਖਾਹ ਦੇ ਵਿੱਚ ਇੰਨਾ ਪੈਸਾ ਲਾਇਆ? ਕਿਹੜੀ ਤਨਖਾਹ ਦੇ ਵਿੱਚ? ਜਿਹੜੀ ਜੋ ਤੁਸੀਂ ਖਰਚਾ ਦੱਸ ਰਹੇ ਹੋ, ਕਿ ਭਾਵੇਂ ਉਹਨਾਂ ਨੇ 1 ਕਰੋੜ ਕਹਿ ਰਹੇ ਨੇ, ਉਹ ਜੋ 1 ਕਰੋੜ ਵੀ ਕਹਿ ਰਹੇ ਆ, 1 ਕਰੋੜ ਕਿਤੇ ਤਾਂ ਲੱਗਾ ਨਾ। ਦੇਖੋ, ਉਹ ਕਰੋੜ ਪਲੇਟਫਾਰਮ ਨੂੰ ਚਲਾਉਣ ਦੇ ਵਾਸਤੇ, ਜਿਹੜਾ ਉਸ ਸੋਸ਼ਲ ਪਲੇਟਫਾਰਮ ਨੂੰ ਚਲਾਉਣ ਲਈ, ਸੈਟਅਪ ਕਰਨ ਲਈ ਜੋ ਵਲੰਟੀਅਰ ਤੌਰ ਤੇ ਲਾਇਆ ਗਿਆ, ਉਹਨਾਂ ਮਿੱਤਰਾਂ ਦੀ ਇੱਛਾ ਸੀ, ਉਹਨਾਂ ਨੇ ਲਾਇਆ। ਉਹ ਨਾ ਅਸੀਂ ਦਿੱਤਾ, ਨਾ ਉਹਨਾਂ ਨੇ ਮੰਗਿਆ ਸਾਡੇ ਤੋਂ। ਠੀਕ ਹੈ, ਅਸੀਂ ਆਪਣੀ ਚੀਜ਼ ਨੂੰ ਪ੍ਰੋਪੇਗੇਟ ਕਰਨ ਲਈ ਕੋਈ ਵੈਬੀਨਾਰ ਕਰਨਾ, ਕੋਈ ਟੈਕਸਟ ਮੈਸੇਜ ਭੇਜਣੇ ਨੇ, ਕੋਈ ਆਡੀਓ ਕਲਿੱਪਸ ਭੇਜਣੀਆਂ ਨੇ, ਉਹਦੇ ਲਈ ਕੋਈ ਸਪੇਸ ਖਰੀਦਣ ਦਾ ਫੈਸਲਾ ਕੀਤਾ। ਉਹ ਸੰਯੁਕਤ ਮੋਰਚੇ ਦਾ ਫੈਸਲਾ, ਉਹ ਸਮੂਹਕ ਫੈਸਲਾ। ਉਸ ਨੂੰ 32 ਜਥੇਬੰਦੀਆਂ ਦੀ ਮੋਹਰ ਲੱਗੀ ਹੈ, ਉਸ 'ਚੋਂ ਉਹ ਪੈਕੇਜ ਲਿੱਤੇ ਗਏ ਨੇ। ਤੁਸੀਂ ਮੋਰਚੇ ਦਾ ਹਿੱਸਾ ਹੋ ਔਰ ਕੀ ਉਹ ਜਿਹੜਾ ਪਲੇਟਫਾਰਮ ਆ, ਹੁਣ ਬਲਜੀਤ ਹੋਰਾਂ ਨੂੰ ਕੀ ਮੋਰਚਾ ਇਹ ਇਜਾਜ਼ਤ ਦਿੰਦਾ ਕਿ ਨਿੱਜੀ ਤੌਰ ਤੇ ਵਰਤ ਸਕਦੇ ਆ? ਨਹੀਂ, ਉਹ ਸਮਾਜ ਮੋਰਚੇ ਲਈ ਉਹਦਾ ਪ੍ਰਚਾਰ ਹੋ ਸਕਦਾ ਨਹੀਂ। ਉਹ ਆਲਰੇਡੀ ਉੱਥੇ ਵੀ ਫੈਸਲਾ ਹੋ ਗਿਆ ਸੀਗਾ ਵੀ ਇਸ ਨੂੰ ਡਿਸਬੈਂਡ ਕਰ ਦਿੱਤਾ ਜਾਵੇ ਔਰ ਉਹਨਾਂ ਨੂੰ ਇਹ ਛੇਤੀ ਕਰ ਦੇਣਾ ਚਾਹੀਦਾ, ਇਸ ਨੂੰ ਭੰਗ ਕਰ ਦੇਣਾ ਚਾਹੀਦਾ ਜੀ। ਬਹੁਤ ਧੰਨਵਾਦ ਜੀ। ਔਰ ਸਾਡੇ ਭਾਈ ਸਾਹਿਬ ਸੀਗੇ, ਤੁਹਾਡੀ ਰਾਏ ਇਹਨਾਂ ਦੇ ਨਾਲ ਬਿਲਕੁਲ ਸਹਿਮਤ ਹੋਗੇ ਤੁਸੀਂ, ਬਿਲਕੁਲ ਐਵੇਂ ਹੀ ਚੱਲਦਾ ਰਹੂਗਾ। ਪਰ ਕੀ ਤੁਹਾਡੇ ਕੋਲ ਨਿੱਜੀ ਤੌਰ ਤੇ ਕੁਝ ਲੋਕ ਕੋਈ ਇਦਾਂ ਦੀ ਅਪਰੋਚ ਕਰਦੇ ਰਹੇ ਆ ਕਿ ਦੇਖੋ ਜੀ ਸੰਯੁਕਤ ਸਮਾਜ ਮੋਰਚਾ ਬਣਿਆ, ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਹਰ ਇੱਕ ਲੀਡਰ ਦਾ ਆਪਣਾ ਇੱਕ ਵੱਖਰਾ ਇੱਕ ਔਰਾ ਹੁੰਦਾ ਹੈ, ਵੱਖਰਾ ਵਰਗ ਹੁੰਦਾ ਹੈ, ਵੱਖਰੇ ਲੋਕ ਉਹਨਾਂ ਨੂੰ ਮਿਲਦੇ ਨੇ, ਉਹ ਵੱਖਰੇ ਲੋਕਾਂ ਨੂੰ ਵੀ ਰਿਪਰੈਜ਼ੈਂਟ ਕਰਦੇ ਹੁੰਦੇ ਆ, ਆਪਣੇ ਏਰੀਏ ਦੇ ਲੋਕਾਂ ਨੂੰ। ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਸੀ ਕਿ ਸਾਡੇ ਤੇ ਬਹੁਤ ਵੱਡਾ ਪ੍ਰੈਸ਼ਰ ਸੀਗਾ, ਕੀ ਤੁਹਾਡੇ ਤੇ ਵੀ ਕਦੇ ਤੁਹਾਨੂੰ ਲੱਗਾ ਕਿ ਸਾਡੇ ਤੇ ਵੀ ਪ੍ਰੈਸ਼ਰ ਆ, ਸਾਨੂੰ ਇਹਦਾ ਫੈਸਲਾ ਲੈ ਲੈਣਾ ਚਾਹੀਦਾ? ਨਹੀਂ, ਦੇਖੋ, 2 ਤਰ੍ਹਾਂ ਦੀਆਂ ਗੱਲਾਂ ਸੀਗੀਆਂ। ਕੁਝ ਲੋਕ ਕਹਿੰਦੇ ਸੀ ਵੀ ਪੋਲੀਟਿਕਸ 'ਚ ਆਉਣਾ ਚਾਹੀਦਾ, ਕੁਝ ਲੋਕ ਕਹਿ ਰਹੇ ਸੀ ਵੀ ਨਹੀਂ, ਸੰਯੁਕਤ ਕਿਸਾਨ ਮੋਰਚੇ ਨੂੰ 32 ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਦਾ ਪਲੇਟਫਾਰਮ ਬਣਿਆ ਆ, ਲੋਕਾਂ ਨੂੰ ਇੱਕ ਆਸ ਦੀ ਕਿਰਨ ਬਣੀ ਆ। ਬੜੇ ਲੰਮੇ ਸਮੇਂ ਬਾਅਦ ਦੇਸ਼ 'ਚ ਇੱਕ ਸੰਘਰਸ਼ਾਂ ਰਾਹੀਂ ਪ੍ਰਾਪਤੀਆਂ ਕਰਨ ਦਾ ਸਿਲਸਿਲਾ ਚਾਲੂ ਹੋਇਆ। ਇਸ ਕਰਕੇ ਇਹਨੂੰ ਹੋਰ ਅੱਗੇ ਖੜਨਾ ਚਾਹੀਦਾ। ਸੋ ਮਤਲਬ ਅਸੀਂ ਲੀਡਰਸ਼ਿਪ ਆ, ਹੁਣ ਥੱਲੇ ਜਨਤਾ ਦੀ ਰਾਏ ਆਉਂਦੀ ਆ, ਉਹਦੇ 'ਚ ਉਹਨਾਂ ਦਾ ਘੱਟ ਤਜਰਬਾ, ਉਹਨਾਂ ਦਾ ਘੱਟ ਵਿਜ਼ਨ ਹੈ। ਜਨਤਾ ਕਈ ਵਾਰ ਗੱਲਾਂ ਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਵੇਖ ਲੈਂਦੀ ਹੈ।
ਅਸਲੀਅਤ ਕੁਝ ਹੋਰ ਹੁੰਦੀ ਆ। ਇੱਥੇ ਵੀ ਅਸਲੀਅਤ ਕੁਝ ਹੋਰ ਆ। ਅਸੀਂ ਸਾਰੇ ਮੋਰਚੇ 'ਚ ਲੜੇ ਆ, ਅਸੀਂ ਸਾਰਾ ਸਟਰਗਲ ਲੜਿਆ, ਅਸੀਂ ਇੱਕ ਇੱਕ ਗੱਲ ਥੱਲੇ ਕਿਸ ਤਰ੍ਹਾਂ ਦੀ ਸਥਿਤੀ ਆ ਉਹ ਸਾਨੂੰ ਸਭ ਪਤਾ। ਸੋ ਇਸ ਕਰਕੇ ਅਸੀਂ ਇਹ ਸਮਝਦੇ ਵੀ ਅਜੇ ਹੋਰ ਸਟਰਗਲ ਦੀ ਲੋੜ ਸੀਗੀ, ਅਜੇ ਸਾਨੂੰ ਹੋਰ ਲੜਨਾ ਚਾਹੀਦਾ ਸੀ, ਅਜੇ ਹੋਰ ਦੇਸ਼ ਦੇ ਲੋਕਾਂ ਨੂੰ ਸਾਨੂੰ ਚੇਤਨ ਕਰਨਾ ਚਾਹੀਦਾ, ਅਜੇ ਹੋਰ ਵੱਡਾ ਭਾਰ ਜਿਹੜਾ ਉਹ ਲਿਆਉਣਾ ਚਾਹੀਦਾ। ਤੁਹਾਨੂੰ ਲੱਗਦਾ ਉਹ ਅਸੀਂ ਪੋਲਿਟਿਕਸ ਅੰਦੋਲਨ ਤੋਂ ਵੱਡੀ ਲੜਾਈ ਕੋਈ ਲੜੀ ਜਾ ਸਕਦੀ ਹੈ? ਅੰਦੋਲਨ ਰਾਹੀਂ ਹੀ ਵੱਡੀਆਂ ਲੜਾਈਆਂ ਹੋਣੀਆਂ। ਐਮਐਸਪੀ ਦੀ ਲੜਾਈ ਬਹੁਤ ਵੱਡੀ ਆ। ਐਮਐਸਪੀ ਦੀ ਲੜਾਈ ਲਈ ਸਾਰੇ ਦੇਸ਼ ਨੂੰ ਇਕਮੁੱਠ ਹੋ ਕੇ ਲੜਨਾ ਪੈਣਾ। ਕਾਰਪੋਰੇਟ ਕਦੀ ਵੀ ਨਹੀਂ ਚਾਹਣਗੇ ਵੀ ਇਸ ਦੇਸ਼ ਦੇ ਵਿੱਚ ਐਮਐਸਪੀ ਦਾ ਕਾਨੂੰਨ ਬਣ ਜਾਵੇ। ਇੱਕ ਮਤਲਬ ਬਿਲਕੁਲ ਉਲਟ ਦਿਸ਼ਾ ਵੱਲ ਫੈਸਲਾ ਇਹ ਹੋਇਆ ਹੈ ਵੀ ਕਾਰਪੋਰੇਟ ਨੂੰ ਅਸੀਂ ਪਿੱਛੇ ਧੱਕ ਦਿੱਤਾ ਔਰ ਐਮਐਸਪੀ ਦਾ ਕਾਨੂੰਨ ਬਣਾਉਣਾ ਬਿਲਕੁਲ ਹੀ ਕਾਰਪੋਰੇਟ ਨੂੰ ਬਹੁਤ ਪਿੱਛੇ ਧੱਕ ਦੇਣਾ। ਔਰ ਇਹ ਐਮਐਸਪੀ ਦਾ ਕਾਨੂੰਨ ਫਿਰ ਇਕੱਲੇ ਹਿੰਦੁਸਤਾਨ 'ਚ ਨਹੀਂ ਬਣੂਗਾ, ਸਾਰੀ ਦੁਨੀਆ ਦੇ ਅੰਦਰ ਇਹਦੀ ਆਵਾਜ਼ ਉੱਠ ਰਹੀ ਹੈ। ਸਾਰੀ ਦੁਨੀਆ ਦੇ ਕਿਸਾਨ ਇਹ ਆਵਾਜ਼ ਉਠਾ ਰਹੇ ਨੇ ਵੀ ਐਮਐਸਪੀ ਮਿਲਣਾ ਚਾਹੀਦਾ। ਠੀਕ ਹੈ। ਸੋ ਇਹ ਵੱਡਾ ਸਕੋਪ ਸੀਗਾ। ਕਾਹਲੀ ਕਰ ਲਈ ਆ ਸਾਥੀਆਂ ਨੇ, ਕਾਹਲੀ ਕਰ ਲਈ ਆ। ਸਲਾਹ ਮਸ਼ਵਰਾ ਨਹੀਂ ਕੀਤਾ। ਵੱਡਾ ਇਹਦਾ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਜਿਸ ਤਰ੍ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ 'ਚ ਬਹੁਤ ਸਾਰੀਆਂ ਰਾਇਆਂ ਸਾਡੀਆਂ ਹੁੰਦੀਆਂ ਸੀ, ਪਰ ਅਸੀਂ ਬਹੁਤ ਮੰਥਨ ਕਰਕੇ ਸਹੀ ਰਾਇ ਕੱਢਦੇ ਸੀਗੇ। ਤੇ ਵੋਟ ਦੀ ਚੋੜ ਦਾ ਨਾਰਾ ਜਿਹੜਾ ਅਸੀਂ ਕੱਢਿਆ ਬਹੁਤ ਮੰਥਨ ਕਰਕੇ ਕੱਢਿਆ ਔਰ ਬੜਾ ਲੰਮਾ ਸਮਾਂ ਲੱਗਾ ਉਹਨੂੰ। ਔਰ ਉਸ ਮੰਥਨ ਨੇ ਦਿਸ਼ਾ ਬਦਲ ਕੇ ਰੱਖ ਦਿੱਤੀ ਸਾਰੇ ਦੇਸ਼ ਦੀ ਰਾਜਨੀਤੀ ਦੀ। ਸਾਡੇ ਸੰਘਰਸ਼ ਦੀ ਜਿੱਤ ਦਾ ਜਿਹੜਾ ਉਹ ਰਾਹ ਖੋਲ ਕੇ ਰੱਖ ਦਿੱਤਾ ਉਹਨੇ। ਸੋ ਮਤਲਬ ਇਹ ਕਾਹਲੀ 'ਚ ਉਹਨਾਂ ਦਾ ਲਿਆ ਗਿਆ ਹੋਇਆ ਫੈਸਲਾ। ਅਜੇ ਸਾਨੂੰ ਹੋਰ ਸੰਘਰਸ਼ ਲੜਨ ਦੀ ਲੋੜ ਸੀ। ਜਨਤਾ ਥੱਲੋਂ ਦੋਵੇਂ ਤਰ੍ਹਾਂ ਦੀ ਰਾਇ ਆ ਰਹੀ, ਅੱਜ ਵੀ ਦੋਵੇਂ ਤਰ੍ਹਾਂ ਦੀ ਰਾਇ। ਤੁਸੀਂ ਇਹ ਚੁਣਿਆ ਕਿ ਸਾਨੂੰ ਸਿਆਸਤ ਭਾਰੂ ਪੱਖ ਜਿਹੜਾ ਉਹ ਗਰਾਊਂਡ ਰਿਐਲਿਟੀ ਭਾਰੂ ਪੱਖ ਹੈ ਵੀ ਲੋਕ ਸਟਰਗਲ ਵਾਲੇ ਪਾਸੇ ਜਿਹੜੀ ਫੋਰਸ ਸਾਰੀ ਨੇ ਇਹਦੇ 'ਚ ਹਿੱਸਾ ਲਿਆ, ਜਿਹਨੇ ਐਕਟਿਵਲੀ ਜਿਹਨੇ ਤਨ ਨਾਲ ਹਿੱਸਾ ਲਿਆ, ਖਾਸ ਕਰਕੇ ਜਿਹੜੇ ਇਹਦੇ ਐਕਟਿਵ ਕਾਰਕੁਨ ਰਹੇ ਨੇ ਸਾਰੇ ਸਟਰਗਲ ਦੇ, ਉਹਨਾਂ ਦੀ ਭਾਰੂ ਰਾਏ ਆ ਵੀ ਇਹ ਅਜੇ ਹੋਰ ਸਟਰਗਲ ਕਰਨਾ ਚਾਹੀਦਾ ਸੀਗਾ। ਸਟਰਗਲ 'ਚੋਂ ਜਿਹੜਾ ਰਾਜਨੀਤੀ ਦੀ ਤਬਦੀਲੀ ਦਾ ਅਮਲ ਜਿਹੜਾ ਉਹ ਸਟਰਗਲ 'ਚੋਂ ਅਗਲੇ ਪਾਸੇ ਜਿਹੜਾ ਸ਼ੁਰੂ ਹੋਣਾ ਸੀ। ਅਸੀਂ ਉਹ ਸਟਰਗਲ ਦੌਰਾਨ ਲੋਕਾਂ ਨੂੰ ਇਹ ਸਪਸ਼ਟ ਕਰਦੇ ਵੀ ਆਹ ਸਾਡਾ ਪ੍ਰੋਗਰਾਮ ਹੈ, ਅਸੀਂ ਜੇ ਰਾਜਨੀਤੀ ਚਾਹਾਂਗੇ ਤੇ ਆਹ ਪ੍ਰੋਗਰਾਮ ਲੈ ਕੇ ਆਵਾਂਗੇ। ਉਹ ਤਾਂ ਕੁਛ ਵੀ ਨਹੀਂ ਗਾ ਅਸੀਂ ਦੱਸਿਆ ਲੋਕਾਂ ਨੂੰ। ਅਸੀਂ ਤਾਂ ਸਿਰਫ ਜਨਤਾ ਨੂੰ ਹੁਣ ਇਹ ਹੋ ਗਿਆ ਵੀ ਲਓ ਯਾਰ ਇਹ ਵੀ ਐਮਐਲਏ ਬਣਨ ਨੂੰ ਦੀ ਤਾਕ ਦੇ ਵਿੱਚ ਸੀਗੇ। ਇਹ ਭਾਵਨਾਵਾਂ ਜਿਹੜੀਆਂ ਭਾਰੂ ਹੋ ਗਈਆਂ। ਸੋ ਉਹਨਾਂ ਨੂੰ ਉਹ ਸਾਥੀ ਸਾਡੇ ਬਹੁਤ ਰਿਸਪੈਕਟਫੁਲ ਨੇ, ਬੜਾ ਸਟਰਗਲ ਲੜਿਆ। ਹਾਂ ਸਾਰੇ ਉਹ ਸਾਡੇ ਨਾਲ ਮਤਲਬ 80 ਸਾਲ ਦੀ ਉਮਰ 'ਚ ਰਾਜੇਵਾਲ ਸਾਹਿਬ ਜਿਹੜੇ ਆ ਉਹ ਮੋਰਚੇ ਦੇ ਵਿੱਚ ਉੱਥੇ ਰਹਿ, ਇੰਨੀਆਂ ਔਖੀਆਂ ਹਾਲਤਾਂ 'ਚ ਰਹਿ, ਸਾਰੇ ਦੇਸ਼ 'ਚ ਉਹਨਾਂ ਨੂੰ ਭੱਜਣਾ ਨੱਠਣਾ ਪਿਆ, ਬਹੁਤ ਕੁਝ ਉਹਨਾਂ ਨੂੰ ਕਰਨਾ ਪਿਆ। ਬਾਕੀ ਵੀ ਸਾਥੀ ਕਾਦੀਆਂ ਨੇ, ਬਾਕੀ ਜਿਹੜੇ ਸਾਥੀ ਨੇ ਉਹ ਅਸੀਂ ਤੇ ਫਿਰ ਸਾਡੀ ਇਹੋ ਹੀ ਗੱਲ ਆ ਵੀ ਸਾਨੂੰ ਅਜੇ ਸਟਰਗਲ ਵਾਲੇ ਪਾਸੇ ਚੱਲਣਾ ਚਾਹੀਦਾ ਜੀ। ਵਾਪਸ ਆ ਜਾਣ ਕੋਈ ਗੱਲ ਨਹੀਂ ਗੀ। ਇਹ ਇਲੈਕਸ਼ਨਾਂ ਲੜਨ ਦਾ ਹੋਰ ਜਿਹੜਾ ਅੱਗੇ ਕਿਤੇ ਹੋਰ 5 ਸਾਲ ਵੇਟ ਕਰ ਲੈਣੀ ਚਾਹੀਦੀ, ਵੀ ਤੰਦ ਨਹੀਂ ਮੁੱਕਣੀ ਤੇ ਤਾਣੇ ਨਹੀਂ ਟੁੱਟਣੀ, ਵੇਟ ਕਰਨੀ ਚਾਹੀਦੀ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਸ਼ੁਕਰੀਆ। ਤਾਂ ਸਿੱਧੇ ਤੌਰ ਤੇ ਕਿਰਤੀ ਕਿਸਾਨ ਜਥੇਬੰਦੀ ਨੇ ਆਪਣਾ ਸਟੈਂਡ ਸਪਸ਼ਟ ਕਰਤਾ।